सो गुरु प्रसाद संगत जीओ, कल की तरह अज भी बच्चों ने कीर्तन आरती साहब का गायन किया है। हूँ साढ़े को जो लड़ीवार की कथा चल रही है, आज वो अखीरले प्रवत पहुंचेगी। साढ़े सरकार भाई साहब गुरु ठाकुर जी ने कल तीन गाथा का जिक्र किया है। उमा मस की गंगू ब्राह्मण अगों इस लड़ी को तोड़न ले मैं विनती करूंगा। उस लड़ी को तोड़न जो सर्व शास्त्र का इतिहास सानू दसन, साडे बच्चों को, साडी संगत को सरवन करवा, ताकि असी इस बार कुछ नवीं जानकारियां साहिबजादियों बारे, माता गुजर जी बारे जान सकिए। सो मैं बेनती करूंगा, समा कल हर ही 8:15 तक का है। अगर लड़ीवार थोड़ी लेट हुए होगी 5-7 संगत जी, सो आओ वीर गुरु प्रताप सिंह जी बोल अगलियां बातां सहमादियां साबित करिए जी। वाहिगुरु जी का खालसा, वाहिगुरु जी की फतेह। साहिब जी साहिब जी
ऐसी मरनी जो मरै बहुर ना मरना हुई। गगनद मामा पर्यो निशाने पाओ। खेत जो मांदेओ सूरमा अब जो जन को दाओ। सूरा सो पहचानिए जो लड़े दीन के हित। पुरजा कट मरे कब ना शाडे खेत। पुरजा कट मरे कब ना शाडे खेत। चवर शतर तख्त दे मालक दीन दुनी दे वाली हलत पलत दे रक्षक सतगुरु जुगो जुग अटाल शब्द सतगुरु धन धन श्री गुरु ग्रंथ साहिब जी महाराज तिन्हां दे मुकद्दस दरबार के अंदर शुभायमान हुए बैठे अति सत्कारयोग सत्संगी जनों, वडभागे हाँ जो सफरे शहादत दे इन्हां दिनां नूं याद करदियां होइयां पिछले दिनां तों जो गुरमत समागमां की लड़ी नूं आप जियां ने उलीकिया है, तिस लड़ी के तहत अज दे दीवाना दीयां हाजरियां भरदियां होइयां जिथे प्यारे बच्चियां पासों सो दादी अमृतमयी बाणी के पाठ श्रवण कीते, उपरंत कीर्तन रूप दे विच बाणी दे हर जस बच्चियां पासों श्रवण कीते। आओ सतगुरु जी मेहरानत करन। उथे बड़ी हालत आरंभ कर तो पहला दशमेश पिता धन धन श्री गुरु गोबिंद सिंह साहिब जी महाराज तिन्हां वल्लों बख्शिश की हुई गुर फतेह दे नाल सांझ पाई जी। परवानो जी फतेह। वाहिगुरू जी का खालसा वाहिगुरू जी की फतेह।
ਕੱਲ ਦੀਆਂ ਦੀਵਾਨਾਂ ਦੇ ਵਿੱਚ ਇਸ ਵਿਸ਼ੇ ਨੂੰ ਲੈ ਕਰਕੇ ਆਗਿਆਂ ਦੇ ਨਾਲ ਵਿਚਾਰਾਂ ਦੀ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਚੋਂ ਨਿਕਲ ਕੇ ਤੇ ਠੰਡੇ ਬੁਰਜ ਤੱਕ ਬਤੀਤ ਕੀਤੀਆਂ, ਜਿਨ੍ਹਾਂ ਰਾਤਾਂ ਦੇ ਵਿੱਚ ਆਪਾਂ ਇਤਿਹਾਸ ਦੀ ਲੜੀ ਨੂੰ ਵਿਚਾਰਦਿਆਂ ਹੋਇਆਂ 3 ਰਾਤਾਂ ਦਾ ਜ਼ਿਕਰ ਜਿਹੜਾ ਹੈ ਉਹ ਕੱਲ ਦੀਆਂ ਦੀਵਾਨਾਂ ਦੇ ਵਿੱਚ ਸਮਝਣ ਦਾ ਯਤਨ ਕੀਤਾ ਸੀ। ਸੰਖੇਪ ਦੇ ਵਿੱਚ ਮੈਂ ਫਿਰ ਇੱਕ ਵਾਰੀ ਇਤਿਹਾਸ ਦੀ ਲੜੀ ਨੂੰ ਦੁਹਰਾ ਦਿਆਂ ਤਾਂ ਕਿ ਅਗਲੀ ਲੜੀ ਦੇ ਨਾਲ ਜੁੜਨਾ ਜਿਹੜਾ ਹੈ ਉਹ ਸਾਡੇ ਲਈ ਸੁਖਾਲਾ ਹੋ ਸਕੇ। ਕੱਲ ਦੀਆਂ ਦੀਵਾਨਾਂ ਦੇ ਵਿੱਚ ਆਪਾਂ ਇਸ ਗੱਲ ਦਾ ਜ਼ਿਕਰ ਕੀਤਾ ਸੀ 20 ਤੇ 21 ਦਸੰਬਰ ਦੀ ਰਾਤ ਨੂੰ ਆਨੰਦਗੜ੍ਹ ਦੇ ਕਿਲੇ ਨੂੰ ਛੱਡਿਆ ਜਾਂਦਾ ਹੈ। 21 ਦਸੰਬਰ ਦੀ ਜਿਹੜੀ ਸਵੇਰ ਹੈ, ਅੰਮ੍ਰਿਤ ਵੇਲਾ ਹੈ, ਪਰਿਵਾਰ ਦਾ ਵਿਛੋੜਾ ਪੈਂਦਾ ਹੈ। 3 ਹਿੱਸਿਆਂ ਦੇ ਵਿੱਚ ਪਰਿਵਾਰ ਜਿਹੜਾ ਹੈ ਉਹ ਵੰਡਿਆ ਜਾਂਦਾ ਹੈ। ਮਾਤਾ ਗੁਜਰ ਕੌਰ ਦੇ ਛੋਟੇ ਸਾਹਿਬਜ਼ਾਦੇ ਇਹ 21 ਸਵੇਰ ਦੀ ਆਪਣੀ ਜਿਹੜੀ ਹੈ ਉਹ ਯਾਤਰਾ ਸ਼ੁਰੂ ਕਰਦੇ ਨੇ, ਇਹ ਸਫ਼ਰ ਸ਼ੁਰੂ ਕਰਦੇ ਨੇ ਤੇ 21 ਦਸੰਬਰ ਦੀ ਜਿਹੜੀ ਰਾਤ ਹੈ ਇਹਨਾਂ ਨੇ ਕੁੰਮੇ ਮਾਸ਼ਕੀ ਦੀ ਝੋਪੜੀ ਦੇ ਵਿੱਚ ਬਤੀਤ ਕੀਤੀ। ਸਾਰੀ ਦਿਹਾੜੀ ਮਾਂ ਆਪਣੀਆਂ ਪੁੱਤਿਆਂ ਨੂੰ ਲੈ ਕੇ ਉਹਨਾਂ ਵਿਖੜੀਆਂ ਰਾਹਾਂ ਦੇ ਵਿੱਚ ਤੁਰਦੀ ਰਹੀ। ਬੱਚੇ ਮਾਂ ਦੇ ਨਾਲ ਤੁਰਦੇ ਤੁਰਦੇ ਕਦੇ ਸੱਜੇ ਪਾਸੇ ਵੇਖ ਲੈਂਦੇ ਨੇ, ਕਦੇ ਖੱਬੇ ਪਾਸੇ ਵੇਖ ਲੈਂਦੇ ਨੇ, ਕਦੇ ਉਹ ਪਿੱਛੇ ਵੇਖਦੇ ਨੇ ਕਿਸੇ ਆਸ ਦੇ ਨਾਲ ਤੇ ਕਿਤੇ ਅਗਾਂਹ ਦੂਰ ਤੱਕ ਨਿਗਾਹ ਘੁਮਾ ਕੇ ਵੇਖਦੇ ਨੇ। ਅੱਲਾ ਯਾਰ ਖਾਨ ਜੋਗੀ ਨੇ ਬੜੀ ਪਿਆਰੀ ਗੱਲ ਲਿਖੀ ਹੈ, रास्ते से भटक गए जब नन्हे सवार थे, तकते पिता को चारों ओर बार बार थे। बार बार वो आसे पासे वेखते हैं कि किते सानू अपने भरा नजर आ जान, किते सानू साडा पिता नजर आ जावे, किते सानू साडे ਸਿੰਘਾਂ ਦੇ ਵਿੱਚੋਂ ਕੋਈ ਸਿੰਘੀ ਨਜ਼ਰ ਆ ਜਾਵੇ। ਇਸ ਢੰਗ ਦੇ ਨਾਲ ਤੁਰਦਿਆਂ ਤੁਰਦਿਆਂ ਕੁੰਮੇ ਮਾਸ਼ਕੀ ਦੀ ਝੋਪੜੀ ਦੇ ਤੱਕ ਪਹੁੰਚੇ ਨੇ। ਇੱਥੇ 21 ਦਸੰਬਰ ਦੀ ਰਾਤ ਬਤੀਤ ਕੀਤੀ। ਸਵੇਰ ਹੋਈ ਗੰਗੂ ਆਪਣੇ ਨਾਲ ਲੈ ਗਿਆ, ਮਨ ਦੇ ਅੰਦਰ ਕਪਟ ਰੱਖਦਿਆਂ ਹੋਇਆਂ 22 ਦਾ ਸਾਰਾ ਦਿਨ ਜਿਹੜਾ ਸੀ ਉਹ ਮਾਂ ਗੁਜਰ ਕੌਰ ਦੇ ਸਾਹਿਬਜ਼ਾਦਿਆਂ ਨੂੰ ਤਰੌਂਦਿਆਂ ਤਰੌਂਦਿਆਂ ਅਖੀਰ ਇੱਕ ਨਗਰ ਕਾਈ ਨੂਰ ਹੈ ਇਸ ਪਤਨ ਦੇ ਉੱਤੇ ਪਹੁੰਚਦਾ ਹੈ। ਖੁੱਲੇ ਅਸਮਾਨ ਦੇ ਹੇਠ ਤਾਰਿਆਂ ਦੀ ਛਾਵੇਂ ਇਸ ਅੱਤ ਦੀ ਠੰਡ ਦੇ ਵਿੱਚ ਮਾਂ ਨੇ ਅੱਜ ਆਪਣੀਆਂ ਪੁੱਤਰੀਆਂ ਦੇ ਨਾਲ 22 ਦਸੰਬਰ ਦੀ ਦੂਸਰੀ ਰਾਤ ਜਿਹੜੀ ਸੀ ਉਹ ਬਤੀਤ ਕੀਤੀ। 23 ਦਸੰਬਰ ਦਾ ਦਿਨ ਚੜਿਆ। ਗੰਗੂ ਨੂੰ ਅਣਮਨੇ ਦੇ ਮਨ ਦੇ ਨਾਲ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਨੂੰ ਆਪਣੇ ਘਰ ਲਿਜਾਣਾ ਪਿਆ। ਅੱਜ 23 ਦਸੰਬਰ ਦੀ ਜਿਹੜੀ ਰਾਤ ਹੈ ਨਾ, ਮਾਤਾ ਗੁਜਰ ਕੌਰ ਦੇ ਛੋਟੇ ਸਾਹਿਬਜ਼ਾਦੇ ਗੰਗੂ ਦੇ ਘਰ ਨੇ। ਕੱਲ ਇੱਥੋਂ ਤੱਕ ਆਪਾਂ ਇਤਿਹਾਸ ਦੀਆਂ ਪੰਨਿਆਂ ਨੂੰ ਸਮਝਣ ਦਾ ਯਤਨ ਕੀਤਾ ਸੀ। ਅੱਗੇ ਆਪਾਂ ਲੜੀ ਜਿਹੜੀ ਆਰੰਭ ਕਰਨੀ। ਮਾਂ ਨੇ ਆਪ ਵੀ ਇਸ਼ਨਾਨ ਕੀਤਾ, ਬੱਚਿਆਂ ਨੂੰ ਇਸ਼ਨਾਨ ਕਰਾਇਆ, ਵਸਤਰ ਜਿਹੜੇ ਸਨ ਚੇਂਜ ਕੀਤੇ। ਹੁਣ ਗੰਗੂ ਦੇ ਮਨ ਦੇ ਅੰਦਰ ਜਿਹੜਾ ਪਾਪ ਹੈ ਨਾ, ਜਿਹੜਾ ਉਹ ਪਾਪ ਹੈ ਹੈ ਇਹਨਾਂ ਨੂੰ ਉਛਾਲੇ ਮਾਰਦਾ ਹੈ। ਕੁਝ ਇਤਿਹਾਸਕਾਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਵੀ ਗੰਗੂ ਦੀ ਮਾਂ, ਜਿਹਦਾ ਨਾਮ ਇਤਿਹਾਸਕਾਰਾਂ ਨੇ ਸ਼ੋਭੀ ਕਰਕੇ ਲਿਖਿਆ ਹੈ, ਉਹ ਆਟਾ ਗੁੰਨ ਰਹੀ ਹੈ
ਪਾਪੀ ਜਿਹੜਾ ਉਸ ਆਟੇ ਦੇ ਵਿੱਚ ਜ਼ਹਿਰ ਮਿਲਾਉਣ ਦੇ ਲਈ ਆਪਣੀ ਮਾਂ ਨੂੰ ਕਹਿੰਦਾ ਹੈ, ਤੇ ਕੁਝ ਕਿਤੇ ਦਿੱਤਾ ਵੀ ਇਸ ਦੀ ਮਾਂ ਨੇ ਇਹ ਤਵੱਜੋ ਦੇਣਾ ਵੀ ਗੰਗੂ ਦਾ ਜਿਹੜਾ ਪਰਿਵਾਰ ਹੈ ਉਹਨੂੰ ਆਪਾਂ ਸੁਰਖਰੂ ਨਹੀਂ ਕਰ ਸਕਦੇ, ਉਹਨੂੰ ਆਪਾਂ ਆਜ਼ਾਦ ਨਹੀਂ ਕਰ ਸਕਦੇ ਇਹਨਾਂ ਪਾਪਾਂ ਤੋਂ ਲੱਗਣਾ ਹੈ। ਬਸ ਇੰਨਾ ਕੁ ਜ਼ਿਕਰ ਹੁੰਦਾ, ਇਸ ਤੋਂ ਬਾਅਦ ਕੋਈ ਜ਼ਿਕਰ ਨਹੀਂ ਵੀ ਕਿਤੇ ਉਹਨਾਂ ਨੇ ਗੰਗੂ ਦਾ ਵਿਰੋਧ ਕੀਤਾ ਹੋਵੇ, ਕਿਤੇ ਪਤਨੀ ਨੇ ਉਹਨੂੰ ਕਿਹਾ ਹੋਵੇ ਵੀ ਤੂੰ ਕਿਹੜਿਆਂ ਕੰਮਾਂ ਦੇ ਵਿੱਚ ਪੈ ਚੱਲਿਆ, ਚੰਦ ਮਾਇਆ ਦੇ ਪੈਸਿਆਂ ਦੇ ਪਿੱਛੇ, ਚੰਦ ਲਾਲਚ ਦੇ ਪਿੱਛੇ ਤੂੰ ਏਡਾ ਵੱਡਾ ਪਾਪ ਕਮਾਉਣ ਲੱਗਾ। ਤੈਨੂੰ ਸਾਰੀ ਉਮਰ ਲਾਹਨਤਾਂ ਪੈਣਗੀਆਂ, ਆਉਂਦਾ ਇਤਿਹਾਸ ਤੇਰੀਆਂ ਪੀੜ੍ਹੀਆਂ ਨੂੰ ਕਦੇ ਵੀ ਮਾਫ ਨਹੀਂ ਕਰੇਗਾ। ਇਸ ਗੱਲ ਦਾ ਕਿਤੇ ਵੀ ਇਤਿਹਾਸਕਾਰਾਂ ਨੇ ਜ਼ਿਕਰ ਨਹੀਂ ਕੀਤਾ। ਖੈਰ, ਜਿਹੜਾ ਪ੍ਰਸ਼ਾਦਾ ਉਹ ਲੈ ਕੇ ਆਇਆ, ਕੱਲ ਵੀ ਆਪਾਂ ਇਸ ਗੱਲ ਦਾ ਜ਼ਿਕਰ ਕੀਤਾ ਸੀ, ਲਹੇਰ ਕੀ ਰੋਟੀ ਕਰੀ ਮਸਰੀ ਕੀ ਕਰੀ ਦਾਲ। ਉਹ ਜਿਹੜਾ ਪ੍ਰਸ਼ਾਦਾ ਲੈ ਕੇ ਆਇਆ, ਉਸ ਪ੍ਰਸ਼ਾਦੇ ਨੂੰ ਵੇਖ ਕੇ ਸਾਹਿਬਜ਼ਾਦੇ ਇਹ ਗੱਲ ਕਹਿੰਦੇ ਨੇ, ਕਵੀ ਦੂਨਾ ਸਿੰਘ ਹੰਡੂਰੀਏ ਨੇ ਉਹ ਸ਼ਬਦ ਅੰਕਿਤ ਕੀਤੇ, ਸੋ ਐਸੀ ਰੋਟੀ ਕਰ ਲਿਆਇਓ ਹਮਰੇ ਕਾਗ ਨਾ ਕੁੱਕਰ ਖਾਇਓ। ਵੀ ਇਹੋ ਜੀ ਰੋਟੀ ਤੇ ਸਾਡੇ ਆਨੰਦਪੁਰ ਦੇ ਵਿੱਚ ਸਾਡੇ ਘਰੇ ਕਾਂ ਤੇ ਕੁੱਤੇ ਵੀ ਨਹੀਂ ਸਨ ਖਾਂਦੇ। ਉਹ ਸੱਜਣਾ, ਜਿਹੋ ਜੀ ਰੋਟੀ ਤੂੰ ਅੱਜ ਸਾਡੇ ਸਾਹਮਣੇ ਲਿਆ ਕੇ ਰੱਖ ਦਿੱਤੀ ਹੈ, ਮਾਂ ਨੇ ਇੱਕ ਮੋਹਰ ਦਿੱਤੀ। ਗੰਗੂ, ਜੇ ਤੇਰੇ ਘਰ 'ਚ ਕੋਈ ਅਜਿਹਾ ਪ੍ਰਬੰਧ ਨਹੀਂ, ਬਾਹਰੋਂ ਕੋਈ ਚੱਜ ਦਾ ਲਿਆ ਕੇ ਮੇਰੇ ਪੁੱਤਰਿਆਂ ਨੂੰ ਛਕਾ ਦੇ। ਬੜੇ ਦਿਨ ਹੋ ਗਏ ਨੇ ਇਹਨਾਂ ਨੇ ਚੱਜ ਦਾ ਕੋਈ ਖਾਣਾ ਨਹੀਂ ਖਾਧਾ, ਬੜੇ ਦਿਨ ਹੋ ਗਏ ਨੇ ਇਹਨਾਂ ਨੇ ਚੱਜ ਦਾ ਕੋਈ ਜਿਹੜਾ ਹੈ ਉਹ ਪ੍ਰਸ਼ਾਦਾ ਪਾਣੀ ਨਹੀਂ ਛਕਿਆ। ਪਾਪੀ ਇੱਕ ਮੋਹਰ ਬਾਹਰ ਲੈ ਕੇ ਗਿਆ। ਕਵੀ ਦੁਨਾ ਸਿੰਘ ਹੰਡੂਰੀਆ ਇਹ ਗੱਲ ਲਿਖਦਾ ਕਿ 2 ਕਿਲੋ ਪਤਾਸੇ ਲੈ ਆਏ। 23 ਦਸੰਬਰ ਦੀ ਰਾਤ ਨੂੰ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਿਓ, ਮੈਂ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਇਹ ਕੰਮ ਹੋਣੀਆਂ ਨੇ ਅੱਗੇ ਚੱਲ ਕੇ ਜਦੋਂ ਆਪਾਂ ਇਤਿਹਾਸ ਦੇ ਪੰਨਿਆਂ ਨੂੰ ਵਿਚਾਰਨਾ। 23 ਦਸੰਬਰ ਦੀ ਰਾਤ ਨੂੰ ਮਾਂ ਨੇ ਆਪਣੇ ਬੱਚਿਆਂ ਨੂੰ ਪਤਾਸੇ ਛਕਾ ਕੇ, ਆਪ ਪਤਾਸੇ ਛਕ ਕੇ, ਪਾਣੀ ਦਾ ਘੁੱਟ ਪੀ ਕਰਕੇ ਮਾਂ ਜਿਹੜੀ ਹੈ ਉਹ ਆਪਣੇ ਬੱਚਿਆਂ ਨੂੰ ਲੈ ਕੇ ਲੰਮੇ ਪੈ ਗਈ। ਮੰਜਾ ਕਿੰਨੇ ਦਿਨਾਂ ਬਾਅਦ ਅੱਜ ਨਸੀਬ ਹੋਇਆ, ਕਿੰਨੇ ਦਿਨਾਂ ਬਾਅਦ ਅੱਜ ਬਿਸਤਰਾ ਮਿਲਿਆ ਹੈ। ਇੱਕ ਪੋਤਰਾ ਉਸ ਪਾਸੇ, ਇੱਕ ਪੋਤੇ ਨੂੰ ਉਸ ਪਾਸੇ, ਮਾਂ ਆਪਣੇ ਨਾਲ ਲੰਮੇ ਪਾ ਕੇ ਉਹਨਾਂ ਦੇ ਨਾਲ ਛੋਟੀਆਂ ਛੋਟੀਆਂ ਗੱਲਾਂ ਕਰਦੀਆਂ। ਅੱਲਾ ਯਾਰ ਖਾਨ ਜੋਗੀ ਨੇ ਉਹਨਾਂ ਪਲਾਂ ਨੂੰ ਬੜੇ ਸੋਹਣੇ ਢੰਗ ਦੇ ਨਾਲ ਬਿਆਨ ਕੀਤਾ ਹੈ। ਦੋਵੇਂ ਸਾਹਿਬਜ਼ਾਦੇ ਦਾਦੀ ਮਾਂ ਦੇ ਕੋਲ ਪੁੱਛਦੇ ਨੇ, ਛੋਟੀਆਂ ਛੋਟੀਆਂ ਗੱਲਾਂ ਕਰਦੇ ਨੇ ਮਾਂ ਦੇ ਨਾਲ। ਆਪਣੀ ਦਾਦੀ ਮਾਂ ਨੂੰ ਪੁੱਛਦੇ ਨੇ। ਅੱਲਾ ਯਾਰ ਖਾਨ ਜੋਗੀ ਲਿਖਦਾ है, दादी से बोले हमारे सिपाही किधर गए, दरिया पे शोध के हमको राही किधर गए, तड़फा के हमको सूरते माही किधर गए, आके लश्करे शाही किधर गए। दादी ਨੂੰ ਪੁੱਛਦੇ ਨੇ, ਦਾਦੀ ਸਾਡੇ ਨਾਲ ਸਿਪਾਹੀ ਹੁੰਦੇ ਸਨ, ਜਦੋਂ ਅਸੀਂ ਆਨੰਦਪੁਰ ਦੇ ਵਿੱਚ ਵਿਚਰਦੇ ਹੁੰਦੇ ਸਾਂ, ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ। ਅੱਜ ਦਾਦੀ ਕੋਈ ਵੀ ਨਜ਼ਰ ਨਹੀਂ ਆ ਰਿਹਾ। ਅੱਜ ਸਾਰੇ ਸਾਨੂੰ ਇਸ ਦਰਿਆ ਦੇ ਤਵੱਜੋ ਦੇਣਾ ਵੀ ਉਸ ਸਰਸਾ ਨਦੀ ਦੇ ਉਹਨਾਂ ਕੰਢਿਆਂ ਦਾ ਜ਼ਿਕਰ ਕਰਦੇ ਨੇ ਦਾਦੀ ਦੇ ਨਾਲ। ਅੱਜ ਸਾਨੂੰ ਸਾਰੇ ਉਸ ਦਰਿਆ ਦੇ ਉੱਤੇ ਕੰਢਿਆਂ ਨੂੰ ਛੱਡ ਕੇ ਪਤਾ ਨਹੀਂ ਕਿੱਧਰ ਚਲੇ ਗਏ। ਦਾਦੀ ਉਹਨਾਂ ਦੇ ਇਹਨਾਂ ਸਾਰਿਆਂ ਸਵਾਲਾਂ ਦਾ ਜਵਾਬ ਜਿਹੜਾ ਹੈ ਉਹ ਇੱਕ ਖਾਮੋਸ਼ੀ ਦੇ ਵਿੱਚ ਦੇ ਰਹੀ ਹੈ ਵੀ ਮੇਰੇ ਬੱਚਿਓ, ਮੈਂ ਤੁਹਾਨੂੰ ਕੀ ਦੱਸਾਂ
ਮੈਂ ਤੁਹਾਨੂੰ ਕੀ ਦੱਸਾਂ ਵੀ ਸਾਡੇ ਉੱਤੇ ਕਿਹੋ ਜਿਹੇ ਹਾਲਾਤ ਬਣੇ ਨੇ, ਸਮੇਂ ਨੇ ਕਿਹੋ ਜਿਹਾ ਮੋੜ ਜਿਹੜਾ ਹੈ ਉਹ ਸਾਡੇ ਉੱਤੇ ਲਿਆਂਦਾ ਹੈ। ਦਾਦੀ ਖਾਮੋਸ਼ ਹੈ, ਦਾਦੀ ਨੇ ਕੋਈ ਵੀ ਸਵਾਲ ਸਾਹਿਬਜ਼ਾਦੇ ਆਪਸ ਵਿੱਚ ਗੱਲਾਂ ਕਰਦੇ ਨੇ। ਅੱਲਾ ਯਾਰ ਖਾਨ ਜੁਗੀ ਨੇ ਇਹ ਬੋਲ ਲਿਖੇ ਨੇ। ਬਾਬਾ ਫਤਿਹ ਸਿੰਘ ਜੀ ਸਭ ਤੋਂ ਛੋਟੇ, ਬਾਬਾ ਜੋਰਾਵਰ ਸਿੰਘ जी ਨੂੰ ਇਹ ਗੱਲ ਕਹਿੰਦੀ, जीत जीत कर तशरीफ लाएंगे, अब्बा के साथ गली जुजार आएंगे, करके गिला हर एक से हम रूठ जाएंगे। बचपन है ना, बचपन की उम्र है। बाबा फतेह सिंह ये गल कहंदा, करके गिला जाएंगे माता, कभी पिता कभी भाई मनाएंगे। वीरिया जदों किते सानू मिले, जदों किते सानू साडे वड्डे भरा मिले, जदों किते सानू साडा बापू मिलिया, जदों किते मावां मिलियां, ਆਪਾਂ ਉਹਨਾਂ ਦੇ ਨਾਲ ਨਾਰਾਜ਼ ਹੋ ਕੇ ਇੱਕ ਛੋਟਾ ਜਿਹਾ ਗਿਲਾ ਕਰਕੇ ਆਪਾਂ ਉਹਨਾਂ ਦੇ ਨਾਲੋਂ ਰੁੱਠ ਜਾਣਾ, ਨਾਰਾਜ਼ ਹੋ ਜਾਣਾ। फिर वो सानू मनाओगे, माता कभी पिता कभी भाई मनाएंगे, लगा के गले से हमको कहेंगे बार बार मान जाओ। वो सानू अपनी गल दे नाल ला के वारी वारी ये गल कहेंगे मान जाओ, तुसी साडे छोटे भराओ हुण तां मान जाओ। लगा के गले से हमको कहेंगे बार बार मान जाओ, पर नहीं मानेंगे हम जिनहार। असी नहीं मनना। बाबा फतेह सिंह अपने भरा नूं ये गल कह रहे हैं। बाबा जोरावर सिंह अगों जवाब देंदे ने, वो कह लगे नहीं वीरिया, वेख आपां उन्हां दे नालों विछड़े आ ते किन्ना हालातां दे विच गुजरे आ। जे आपां उन्हां दे नाल नाराज हो गए, जे नाराज हो गए ते उन्हां तो बगैर साडा वजूद ही की है। इत्थे मैं थोड़ा जिहा रुकना चाहुंदा साथ संगत जी, क्योंकि इतिहास दे पन्नियां नूं ना अपने जीवन दे अंदर आपां वसाउण दा यतन करिए, कुछ सीखण दा यतन करिए। जदों साहिबजादियां दे आपां जीवन नूं पढ़दे हां, चारां भरावां दा इन्ना प्यार दर्शाया है ना, इतिहास ने इन्ना प्यार दर्शाया है भी इस प्यार दे विच भेज के थोड़ा जिहा मैं बाहर निकल के गल साझी करनी चाहुंदा इतिहास दे इस चैप्टर तो। जदों बाबा अजीत सिंह दी जंग दे मैदान दे विच शहादत दा जाम दिंदे ने, एकदम बाबा जुझार सिंह जी पिता गुरु दे कोल आके वो नतमस्तक होके एक अर्जुई करते ने। अल्लाह यार खान जुगी ने ये बोल लिखे ने, बाई से बिछड़कर मुझे जीना नहीं आता, खाना नहीं पीना नहीं सोना नहीं पाता। पिताजी मैनू भरा दे नालों विछड़ के जीना नहीं जे हुंदा। तुसी वेखिया बचपन तो हुण तक असी इकट्ठे खेडते रहे, इकट्ठे खांदे रहे, इकट्ठे घूमते रहे, इकट्ठियां ने शिकार करन जाना, इकट्ठियां ने असी बहना ते इकट्ठियां ने सोना। हुण अज भरा मेरे को दूर हो जावे, मैं जी नहीं सकांगा। तवज्जो देना जेड़ा मैं नुक्ता साझा करन लगा। मौत, बाबा अजीत सिंह की शहादत का जाम पींदे ने। शरीरिक तौर ते जीवन की लीला जिहड़ी है वो अज समाप्त है, जिन्हों आपां मौत कह दिंदे। मौत का एक पक्ष है, हमेशा मौत दे विचों विछोड़ा निकलदा है, ये पक्ष है। मौत का एक पक्ष है भी मौत ने विछोड़े नूं ही साडे सामने लैके आउणा है।
ਜ਼ਿੰਦਗੀ ਜਿਹੜੀ ਹੈ ਉਹ ਸਾਨੂੰ ਮਿਲਾਪ ਦਿੰਦੀ ਹੈ। ਸਿਆਣਿਆਂ ਦੀਆਂ ਇਹ ਗੱਲਾਂ ਹੋਇਆ ਕਰਦੀਆਂ ਸਨ ਵੀ ਖੂਹ ਨੂੰ ਖੂਹ ਨਹੀਂ ਮਿਲਦਾ, ਕਿਤੇ ਬੰਦੇ ਨੂੰ ਬੰਦਾ ਜਿਹੜਾ ਹੈ ਉਹ ਜ਼ਰੂਰ ਮਿਲ ਜਾਂਦਾ ਹੈ। ਮੌਤ ਦੇ ਵਿੱਚੋਂ ਹਮੇਸ਼ਾ ਵਿਛੋੜਾ ਹੈ ਤੇ ਜੀਵਨ ਦੇ ਵਿੱਚੋਂ ਹਮੇਸ਼ਾ ਜਿਹੜਾ ਹੈ ਉਹ ਸਾਧ ਸੰਗਤ ਦੀ ਮਿਲਾਪ ਹੈ। ਕਿਤੇ ਨਾ ਕਿਤੇ ਜੀਵਨ ਮਿਲਾਪ ਹੁੰਦਾ ਹੈ। ਪਰ ਜਦੋਂ ਆਪਾਂ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਦੇ ਹਾਂ, ਸੱਚ ਜਾਣਨਾ, ਇਤਿਹਾਸ ਦੇ ਪੰਨੇ ਸਾਡੇ ਸਾਹਮਣੇ ਕੁਝ ਹੋਰ ਹੀ ਪੱਖ ਰੱਖਦੇ ਨੇ। ਇਤਿਹਾਸ ਦੇ ਪੰਨੇ ਸਾਨੂੰ ਕੁਝ ਹੋਰ ਹੀ ਸਮਝਾਉਂਦੇ ਨੇ। ਇਤਿਹਾਸ ਸਾਨੂੰ ਇਹ ਗੱਲ ਦੱਸਦਾ ਹੈ ਉਹ ਜਿਉਂਦੇ ਜੀ ਆਪਣੀਆਂ ਭਰਾਵਾਂ ਤੋਂ ਵਿਛੜ ਕੇ ਬਹਿਣ ਵਾਲਿਆ, ਆ ਸਾਡੇ ਪਰਿਵਾਰਾਂ 'ਚ ਵਾਪਰੇ ਨਾ। ਖਿਮਾ ਕਰਨਾ, ਇੱਕੇ ਮਾਂ ਦੀ ਕੁੱਖ ਤੋਂ ਜਨਮ ਲਿਆ, ਇੱਕ ਪਰਿਵਾਰ ਦੇ ਵਿੱਚ ਅਸੀਂ ਵੱਡੇ ਹੋਏ, ਖੇਡੇ, ਇੱਕੇ ਥਾਂ ਤੇ ਖਾਦਾ, ਇੱਕੇ ਥਾਂ ਤੇ ਪੀਤਾ। ਕਈ ਵਾਰੀ ਐਸੇ ਹਾਲਾਤ ਬਣ ਗਏ ਵੀ ਇੱਕ ਦੂਸਰੇ ਦੇ ਕੱਪੜੇ ਵੀ ਜਿਹੜੇ ਸਨ ਉਹ ਪਾਲੇ। ਪਰ ਜਿਵੇਂ ਜਿਵੇਂ ਸਾਡੇ ਅੰਦਰ ਉਹ ਹੰਕਾਰ ਦੀ ਕਣੀ ਵੱਧਦੀ ਗਈ, ਜਿਵੇਂ ਜਿਵੇਂ ਸਾਡੇ ਅੰਦਰ ਨਫ਼ਰਤਾਂ ਦੇ ਬੀਜ ਜਿਹੜੇ ਸਨ ਉਹ ਬੀਜੇ ਗਏ, ਅਸੀਂ ਅੱਜ ਜਿਉਂਦੇ ਜੀ ਜਿਹੜੇ ਨੇ ਭਰਾਵਾਂ ਤੋਂ ਭਰਾ ਵਿਛੜੇ ਬੈਠੇ ਨੇ। ਜਿਉਂਦੇ ਜੀ ਐਸੇ ਪਰਿਵਾਰ ਵੀ ਦਾਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਵੇਖੇ ਨੇ। ਮਾਂ ਚੜ੍ਹਾਈ ਕਰ ਰਹੀ ਹੈ, ਇੱਕ ਭਰਾ ਮਾਂ ਦੀਆਂ ਅੰਤਿਮ ਕਿਰਿਆਵਾਂ ਨਿਭਾ ਰਿਹਾ ਹੈ, ਭੋਗ ਪਾ ਰਿਹਾ ਹੈ, ਅੰਤਿਮ ਰਸਮ ਜਿਹੜੀ ਹੈ ਉਹ ਕਰ ਰਿਹਾ ਹੈ। ਦੂਜਾ ਭਰਾ ਮਾਂ ਦੇ ਭੋਗ ਤੇ ਨਹੀਂ ਹੁੰਦਾ, ਕਿਉਂਕਿ ਮੇਰੇ ਭਰਾ ਦੇ ਨਾਲ ਨਹੀਂ ਬਣਦੀ, ਮੈਂ ਉਹਦੇ ਘਰ ਨਹੀਂ ਜਾਣਾ। ਸੱਚਾਈ ਹੈ ਕਿ ਨਹੀਂ? ਉਹ ਬੋਲੋ ਪਿਆਰਿਓ, ਸੱਚਾਈ ਹੈ ਨਾ ਸਮਾਜ ਦੀ। ਫਿਰ ਅਸੀਂ ਸਿੱਖਿਆ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਮਾਲ ਦੀ ਪੱਖ ਹੈ ਉਹਨਾਂ ਦੀ ਹਿਸਟਰੀ ਦਾ, ਵੀ ਉਹ ਮੌਤ ਹੈ, ਮੌਤ ਵਿਛੋੜਾ ਦਿੰਦੀ ਹੈ, ਉਹ ਮੌਤ ਦੇ ਵਿੱਚੋਂ ਵੀ ਮਿਲਾਪ ਲੱਭਦੇ ਨੇ। ਖਿਮਾ ਕਰਨਾ, ਅਸੀਂ ਜ਼ਿੰਦਗੀ ਦੇ ਵਿੱਚੋਂ ਵੀ ਵਿਛੋੜੇ ਪਾ ਕੇ ਬੈਠੇ ਹਾਂ। ਅਸੀਂ ਜ਼ਿੰਦਗੀ ਜਿਉਂਦਿਆਂ ਵੀ ਇੱਕ ਦੂਸਰੇ ਤੋਂ ਵਿਛੜੇ ਬੈਠੇ। ਮੈਂ ਇੰਨੀ ਕੁ ਬੇਨਤੀ ਕਰਨੀ ਚਾਹ ਰਿਹਾ, ਫਿਰ ਇਤਿਹਾਸ ਦੀ ਲੜੀ ਦੇ ਨਾਲ ਜੁੜਨ ਦਾ ਯਤਨ ਕਰੀਏ। ਬਾਬਾ ਜੋਰਾਵਰ ਸਿੰਘ ਕਹਿੰਦੇ ਨੇ, ਨਾ ਵੀਰ ਆਪਾਂ ਉਹਨਾਂ ਦੇ ਨਾਲ ਨਾਰਾਜ਼ ਨਹੀਂ ਹੋਣਾ, ਹਾਂ ਆਪਾਂ ਗਿਲਾ ਉਹਨਾਂ ਨੂੰ ਜ਼ਰੂਰ ਕਰਾਂਗੇ ਵੀ ਤੁਸੀਂ ਸਾਨੂੰ ਛੱਡ ਕੇ ਚਲੇ ਗਏ, ਪਰ ਆਪਾਂ ਜ਼ਿਆਦਾ ਜੇ ਉਹਨਾਂ ਤੋਂ ਨਿਰਾਸ਼ ਨਹੀਂ ਰਹਿਣਾ, ਉਹਨਾਂ ਤੋਂ ਨਿਰਾਸ਼ ਨਹੀਂ ਰਹਿਣਾ। ਆਪਾਂ ਉਹਨਾਂ ਦੇ ਨਾਲ ਜ਼ਿਆਦਾ ਜੇ ਰੁੱਸਣਾ ਨਹੀਂ, ਹਾਂ ਆਪਾਂ ਉਹਨਾਂ ਦੇ ਕੋਈ ਵਾਅਦਾ ਜ਼ਰੂਰ ਲਵਾਂਗੇ। ਅੱਲਾਹ ਯਾਰ ਖਾਨ ਜੋਗੀ ने एक गल लिखी है, इकरार लेंगे सबसे बुलाना ना फिर कभी, बाए दिगर छोड़कर सताना ना फिर कभी, हमको अकेले छोड़कर जाना ना फिर कभी, कह देते हैं हम तुमसे हमको रुलाना ना फिर कभी। ਅਸੀਂ ਉਹਨਾਂ ਦੇ ਕੋਲ ਇੱਕ ਇਕਰਾਰ ਲਵਾਂਗੇ, ਇੱਕ ਵਾਅਦਾ ਕਰਾਵਾਂਗੇ, ਉਹ ਵੀਰਿਓ ਸਾਨੂੰ ਦੁਬਾਰਾ ਛੱਡ ਕੇ ਨਾ ਜਾਇਆ ਜੇ। ਉਹ ਜਦੋਂ ਭਰਾ ਭਰਾਵਾਂ ਤੋਂ ਵਿਛੜ ਜਾਂਦੇ ਨੇ, ਲੋਕ ਕਹਿੰਦੇ ਨੇ ਭਰਾ ਭਰਾ ਦੀਆਂ ਬਾਹਾਂ ਹੋਇਆ ਕਰਦੀਆਂ ਨੇ। ਜਦੋਂ ਭਰਾ ਭਰਾ ਤੋਂ ਵਿਛੜ ਜਾਣ, ਬਾਹਾਂ ਟੁੱਟ ਜਾਂਦੀਆਂ ਨੇ, ਇਕੱਲੇ ਰਹਿ ਜਾਂਦਾ ਹੈ, ਜ਼ਿੰਦਗੀ ਦਾ ਵਜੂਦ ਖਤਮ ਹੋ ਜਾਂਦਾ ਹੈ। ਸਾਨੂੰ ਦੁਬਾਰਾ ਛੱਡ ਕੇ ਨਾ ਜਾਇਆ ਜੀ। ਦਾਦੀ ਛੋਟੀਆਂ ਛੋਟੀਆਂ ਗੱਲਾਂ ਦੋਵਾਂ ਦੀਆਂ ਸੁਣ ਰਹੀ ਹੈ। ਅੱਲਾ यार खान जोगी ने एक बड़ी प्यारी गल लिखी, बच्चों की गुफ्तगू सुनी जो दादी जान ने। अज छोटिया छोटिया बच्चियां दी गल्लां सुनिया ना, बच्चों की गुफ्तगू सुनी जो दादी जान ने, बेइख्तियार रो दिया उस वाला शान।
ਦਾਦੀ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ। ਕਿਹੜੇ ਭੁਲੇਖਿਆਂ ਦੇ ਵਿੱਚ ਫਿਰਦੇ ਹੋ, ਕਿਹੜਿਆਂ ਭਰਮਾਂ ਨੂੰ ਆਪਣੇ ਮਨਾਂ ਦੇ ਅੰਦਰ ਪਾਲ ਕੇ ਬੈਠੇ ਹੋ। ਪਤਾ ਨਹੀਂ ਸਾਡੇ ਦੁਬਾਰਾ ਮਿਲਾਪ ਹੋਣੇ ਨੇ ਕਿ ਨਹੀਂ ਹੋਣੇ। ਇਸ ਸਰਸਾ ਚੰਦਰੀ ਨੇ ਵਿਛੋੜੇ ਅਜਿਹੇ ਪਾ ਦਿੱਤੇ, ਇਹਨਾਂ ਹਾਲਾਤਾਂ ਨੇ ਸਾਨੂੰ ਇਸ ਢੰਗ ਦੇ ਨਾਲ ਵਿਛੋੜ ਦਿੱਤਾ। ਪਤਾ ਨਹੀਂ ਪੁੱਤ ਤੁਹਾਡੇ ਦੁਬਾਰਾ ਮਿਲਾਪ ਹੋਣੇ ਨੇ ਕਿ ਨਹੀਂ। ਅਖੀਰ ਰਾਤ ਨੂੰ ਦਾਦੀ ਦੋਵਾਂ ਬੱਚਿਆਂ ਨੂੰ ਘੁੱਟ ਕੇ ਸੀਨੇ ਦੇ ਨਾਲ ਲਾ ਕੇ ਲੰਮੇ ਪੈ ਗਈ। ਲੰਮੇ ਪਈ ਕਈ ਦਿਨਾਂ ਦੀ ਥਕਾਨ ਉਨਿਤਰੀ ਨੀਂਦ ਪਤਾ ਨਹੀਂ ਕਦੋਂ ਆ ਗਈ। ਉਧਰ ਗੰਗੂ ਪਾਪੀ ਨੇ ਆਪਣੇ ਇਸ ਕਰਮ ਨੂੰ ਅੰਜਾਮ ਦਿੰਦਿਆਂ ਹੋਇਆਂ ਉਹ ਮੋਹਰਾਂ ਵਾਲੀ ਥੈਲੀ ਜਿਹੜੀ ਸੀ ਉਹ ਚੁਰਾ ਲਈ। ਇੱਥੇ ਕੁਝ ਇਤਿਹਾਸਕਾਰਾਂ ਨੇ ਬੜੇ ਨੁਕਤੇ ਸਾਂਝੇ ਕੀਤੇ ਨੇ। ਮੈਂ ਇੰਨੀ ਕੁ ਬੇਨਤੀ ਕਰਾਂਗਾ ਵੀ ਉਹ ਮੋਹਰਾਂ ਵਾਲੀ ਥੈਲੀ ਜਿਹੜੀ ਸੀ ਉਹਨੇ ਚੁਰਾ ਲਈ। ਦਾਦੀ ਸਵੇਰੇ ਉੱਠੀ। ਦਾਦੀ ਨੇ ਜਦੋਂ ਇਸ ਗੱਲ ਨੂੰ ਵੇਖਿਆ ਕਿ ਮੋਹਰਾਂ ਵਾਲੀ ਥੈਲੀ ਨਹੀਂ, ਗੰਗੂ ਨੂੰ ਪੁੱਛਿਆ, ਗੰਗਿਆ ਪੁੱਤ ਮੋਹਰਾਂ ਵਾਲੀ ਥੈਲੀ ਸੀ, ਮੈਨੂੰ ਆਸ ਹੈ ਕਿ ਤੂੰ ਸੰਭਾਲ ਕੇ ਰੱਖ ਲਈ ਹੋਵੇਗੀ। ਕੋਈ ਗੱਲ ਨਹੀਂ, ਤੇਰੇ ਤੇ ਸਾਡੇ 'ਚ ਕੀ ਫਰਕ ਹੈ? ਕੋਈ ਫਰਕ ਨਹੀਂ ਹੈ। ਜਿੰਨੇ ਕੁ ਚਿਰ ਮੈਂ ਤੈਨੂੰ ਫਿਰ ਕਹਿੰਦੀ ਆ, ਜਿੰਨੇ ਕੁ ਚਿਰ ਅਸੀਂ ਤੇਰੇ ਘਰ ਰਹਿਣਾ ਹੈ, ਤੂੰ ਆਪਣੇ ਉੱਤੇ ਭਾਰ ਨਾ ਪਾਈ। ਇਸ ਮਾਇਆ ਦੇ ਵਿੱਚੋਂ, ਇਹਨਾਂ ਮੋਹਰਾਂ ਦੇ ਵਿੱਚੋਂ ਤੂੰ ਇਹ ਮਾਇਆ ਵਰਤ ਕੇ ਆਪਣੀਆਂ ਲੋੜਾਂ ਪੂਰੀਆਂ ਕਰ ਲਈ। ਤੇਰੇ ਉੱਤੇ ਕਿਸੇ ਪ੍ਰਕਾਰ ਦਾ ਭਾਰ ਨਾ ਪਵੇ। ਸਤਿਗੁਰੂ ਜੀ ਦੀ ਬਾਣੀ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ। ਇੱਥੇ ਮੈਂ ਇੱਕ ਛੋਟਾ ਜਿਹਾ ਨੁਕਤਾ ਹੋਰ ਸਾਂਝਾ ਕਰਦੇ ਹਾਂ। ਕਈ ਵਾਰੀ ਸਾਡੇ ਮਨਾਂ ਦੇ ਅੰਦਰ ਸਵਾਲ ਪੈਦਾ ਹੁੰਦੇ ਨੇ, ਸਾਡੀ ਅਪਗ੍ਰੇਡੀ ਜਿਹੜੀ ਹੈ ਨਾ, ਕਈ ਵਾਰੀ ਇਤਿਹਾਸ ਦੇ ਇਹਨਾਂ ਨੁਕਤਿਆਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਖੜੇ ਕਰ ਦਿੰਦੀ ਵੀ ਜੇ ਮੋਹਰਾਂ ਗਈਆਂ ਸਨ ਤੇ ਦਾਦੀ ਜਾਣ ਦਿੰਦੀ, ਕੋਈ ਗੱਲ ਨਹੀਂ, ਨਾ ਪੁੱਛਦੀ ਗੰਗੂ ਨੂੰ। ਪਰ ਤਵੱਜੋ ਦੇਣਾ ਵੀ ਇੱਥੇ ਜਿਹੜਾ ਸਿਧਾਂਤ ਹੈ ਨਾ, ਮੈਂ ਸੁਬਾਹ ਵੀ ਗੁਰਦੁਆਰਾ ਸਾਹਿਬ ਦੰਲਕ ਬੇਨਤੀ ਕਰ ਰਿਹਾ ਸਾਂ ਵੀ ਗੁਰੂ ਨਾਨਕ ਸਾਹਿਬ ਦੇ ਘਰ ਨੇ ਇੱਕ ਸਿਧਾਂਤ ਦਿੱਤਾ, ਕਿਉ ਸਚਿਆਰਾ ਹੋਈਐ ਕਿਉ ਕੂੜੈ ਟੁੱਟੈ ਪਾਲ। ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਇਹ ਸਿਧਾਂਤ ਦਿੱਤਾ, ਸੱਚ ਸੁਣਾਈ ਸੀ ਸੱਚ ਕੀ ਬੇਲਾ ਖਿਮਾ ਕਰਨਾ। ਅਸੀਂ ਕਈ ਵਾਰੀ ਆਪਣੇ ਨਫੇ ਨੁਕਸਾਨ ਵੇਖ ਕੇ ਸੱਚ ਬੋਲਣ ਤੋਂ ਗੁਰੇਜ਼ ਕਰ ਜਾਂਦੇ ਹਾਂ। ਸਾਡੇ ਵਰਗੇ ਪ੍ਰਚਾਰਕ ਜਿਹੜੇ ਨੇ, ਉਸ ਸੱਚਿਆਰੇ ਬਾਪੂ ਦੀ ਗੋਦ ਦੇ ਵਿੱਚ ਬੈਠ ਕੇ ਆਪਣੇ ਨਫੇ ਨੁਕਸਾਨ ਜਾਣਦਿਆਂ ਹੋਇਆਂ ਉਹ ਸੱਚ ਬੋਲਣ ਤੋਂ ਕਈ ਵਾਰੀ ਗੁਰੇਜ਼ ਕਰ ਜਾਂਦੇ ਨੇ ਵੀ ਕਿਤੇ ਮੇਰਾ ਨੁਕਸਾਨ ਨਾ ਹੋ ਜਾਵੇ। ਸੱਚ ਜਾਣਨਾ, ਇੱਥੇ ਬਾਪੂ ਨੇ ਕਿਸੇ, ਇੱਥੇ ਮਾਂ ਨੇ ਕਿਸੇ ਨਫੇ ਤੇ ਨੁਕਸਾਨ ਦੀ ਪਰਵਾਹ ਨਾ ਕੀਤੀ। ਇੱਥੇ ਮਾਂ ਨੇ ਗੁਰੂ ਨਾਨਕ ਦੇ ਘਰ ਦਾ ਜਿਹੜਾ ਉਹ ਹੋਕਾ ਹੈ, ਸੱਚ ਸੁਣਾਈ ਸੀ ਸੱਚ ਕੀ ਬੇਲਾ, ਮਾਂ ਨੇ ਸੱਚ ਗੰਗੂ ਦੇ ਸਾਹਮਣੇ ਰੱਖਿਆ। ਮਾਂ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਵੀ ਇਸ ਸੱਚ ਨੂੰ ਬੋਲਣ ਦਾ ਕਿੰਨਾ ਕੁ ਵੱਡਾ ਖਮਿਆਜਾ ਜਿਹੜਾ ਉਹ ਮੈਨੂੰ ਭੁਗਤਣਾ ਪੈ ਸਕਦਾ ਹੈ। ਮਾਂ ਕਹਿੰਦੀ ਕੋਈ ਪਰਵਾਹ ਨਹੀਂ। ਪਰ ਜਿਹੜਾ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਸੱਚ ਬੋਲਣਾ, ਮੈਂ ਇਸ ਤੋਂ ਮੁਨਕਰ ਨਹੀਂ ਹੋ ਸਕਦਾ। ਗੰਗਿਆ ਮੋਹਰਾਂ ਦੀ ਥੈਲੀ, ਬਾਣੀ ਨੇ ਬੜੀ ਪਿਆਰੀ ਗੱਲ ਲਿਖੀ ਹੈ, ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵੈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੈ। ਜਦੋਂ ਮਾਂ ਨੇ ਸੱਚ ਗੰਗੂ ਦੇ ਸਾਹਮਣੇ ਰੱਖਿਆ, ਗੰਗੂ ਦੇ ਸੱਤੀ ਕੱਪੜੀ ਅੱਗ ਲੱਗ ਗਈ। ਇੱਕ ਤਾਂ ਝੂਠਾ, ਹੁਣ ਤਵੱਜੋ ਦੇਣਾ ਵੀ ਜਿਹੜਾ ਝੂਠਾ ਇਨਸਾਨ ਹੈ ਨਾ, ਕਹਿੰਦੇ ਨਾ ਸਿਆਣੇ ਵੀ ਜਿਹੜਾ ਦੀਵਾ ਬੁਝਦਾ ਹੋਵੇ ਨਾ, ਉਹ ਬੁਝਣ ਤੋਂ ਪਹਿਲਾਂ ਫੜਫੜਾਉਂਦਾ ਹੈ। ਝੂਠਾ ਇਨਸਾਨ ਜਿਹੜਾ ਹੈ ਨਾ, ਉਹ ਬੜੀ ਉੱਚੀ ਉੱਚੀ ਰੋਲਾ ਪਾ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਸੱਚ ਜਿਹੜਾ ਹਮੇਸ਼ਾ ਹੀ ਸ਼ਾਂਤ ਰਿਹਾ ਕਰਦਾ, ਹਮੇਸ਼ਾ ਹੀ ਸ਼ਾਂਤ।
ਝੂਠ ਨੂੰ ਤਿਲਮਿਲਾਉਣ ਦੀ ਜਿਹੜੀ ਹੈ ਉਹ ਜ਼ਰੂਰਤ ਪੈਂਦੀ ਹੈ। ਝੂਠ ਨੂੰ ਉੱਚਾ ਬੋਲ ਕੇ ਸੱਚ ਪੇਸ਼ ਕਰਨ ਦੀ ਜ਼ਰੂਰਤ ਪੈਂਦੀ ਹੈ। ਸੱਚ ਨੇ ਕਦੇ ਵੀ ਅਜਿਹਾ ਨਹੀਂ ਕੀਤਾ, ਕਦੇ ਵੀ। ਜਦੋਂ ਮਾਂ ਨੇ ਇਹ ਸੱਚ ਉਹਦੇ ਸਾਹਮਣੇ ਪ੍ਰਗਟ ਕੀਤਾ, ਤੜਫੜਾਉਂਦਾ ਹੋਇਆ ਇੱਕ ਗੱਲ ਕਹਿੰਦਾ, ਕਮਾਲ ਦੀ ਗੱਲ ਕਰਦੀ ਹੈ ਮਾਤਾ, ਮੇਰੀ ਮਦਦ ਦਾ ਆਸਿਰਾ ਦੇ ਰਹੇ ਹੋ। ਇੱਕ ਤਾਂ ਮੈਂ ਤੁਹਾਨੂੰ ਹਕੂਮਤ ਦੀਆਂ ਬਾਗੀਆਂ ਨੂੰ, ਕਿਉਂਕਿ ਉਹ ਜਿਹੜੇ ਅੰਦਰ ਦੀ ਮਨਸ਼ਾ ਸੀ ਹੁਣ ਉਹ ਜ਼ੁਬਾਨ ਤੇ ਹੋਣੀ ਸ਼ੁਰੂ ਹੋ ਗਈ। ਕਿੰਨਾ ਕੁ ਚਿਰ ਅੰਦਰ ਰੱਖਿਆ ਜਾ ਸਕਦਾ ਹੈ? ਬਾਣੀ ਨੇ ਬੜੀ ਪਿਆਰੀ ਗੱਲ ਕਹੀ ਹੈ, ਜੋ ਪਾਵੇਂ ਭਾਂਡੇ ਵਿੱਚ ਵਸਤ ਸਾ ਨਿਕਲੇ। ਜੋ ਬਰਤਨ ਦੇ ਵਿੱਚ ਪਾਵਾਂਗੇ ਉਹੀ ਬਾਹਰ ਨਿਕਲਣਾ ਹੈ। ਜੋ ਗੰਗੂ ਦੇ ਅੰਦਰ ਸੀ ਪਿਛਲੀਆਂ 2 ਦਿਨਾਂ ਤੋਂ ਅੱਜ ਹੁਣ ਉਹ ਬਾਹਰ ਨਿਕਲਣਾ ਸ਼ੁਰੂ ਹੋ ਗਿਆ। ਤੁਹਾਨੂੰ ਹਕੂਮਤ ਦੀਆਂ ਬਾਗੀਆਂ ਨੂੰ, ਹਕੂਮਤ ਦਾ ਖਤਰਾ ਸਹੇੜ ਕੇ ਇੱਕ ਤਾਂ ਮੈਂ ਆਪਣੇ ਘਰ ਦੇ ਵਿੱਚ ਰੱਖਾਂ, ਦੂਸਰਾ ਮੇਰੇ ਤੇ ਤੋਹਮਤਾਂ ਲਾਵੋ, ਮੈਨੂੰ ਹੀ ਚੋਰ ਸਾਬਤ ਕਰਦੇ ਹੋ, ਹੁਣੇ ਮੈਂ ਜਾ ਕੇ ਹਕੂਮਤ ਨੂੰ ਖਬਰ ਕਰਕੇ ਉਹਨਾਂ। ਇੰਨੀ ਗੱਲ ਕਹਿੰਦਾ ਹੋਇਆ ਘਰੋਂ ਬਾਹਰ ਨਿਕਲ ਗਿਆ। ਮਾਂ ਨੇ ਇਸ ਗੱਲ ਨੂੰ ਬੜੇ ਨੇੜਿਓਂ ਦੇਖਿਆ ਵੀ ਅੱਜ ਕੋਈ ਚੰਗੀ ਨਹੀਂ ਵਾਪਰਦੀ। ਅਖੀਰ ਗੰਗੂ ਪਾਪੀ ਮੋਰਿੰਡੇ ਥਾਣੇ 'ਚ ਗਿਆ। ਜਾਨੀ ਖਾਂ, ਮਾਨੀ ਖਾਂ, ਇਸ ਥਾਣੇ ਦੇ 2 ਕੋਤਵਾਲ ਨੇ, ਉਹਨਾਂ ਨੂੰ ਜਾ ਕੇ ਸ਼ਿਕਾਇਤ ਕੀਤੀ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਬੁੱਢੜੀ ਮਾਂ ਤੇ ਛੋਟੇ ਸਾਹਿਬਜ਼ਾਦੇ ਉਹ ਮੇਰੇ ਘਰ ਜਿਹੜੇ ਨੇ ਉਹ ਬੈਠੇ ਹੋਏ ਨੇ, ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਵੋ ਤੇ ਜੋ ਹਕੂਮਤ ਦਾ ਇਨਾਮ ਹੈ ਉਹ ਇਨਾਮ ਮੈਨੂੰ ਜ਼ਰੂਰ ਦਵਾ ਦਿਓ। ਕਿਉਂਕਿ ਹਕੂਮਤ ਨੇ ਇਹ ਢਿੰਡੋਰਾ ਪਿੱਟਿਆ ਹੈ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੂੰ ਜਾਂ ਪਰਿਵਾਰ ਨੂੰ ਪਕੜਾਵੇਗਾ ਉਹਨੂੰ ਇਨਾਮ ਦਿੱਤਾ ਜਾਵੇਗਾ। ਕਹਿੰਦੇ ਨੇ ਉਸੇ ਵੇਲੇ, ਤਵੱਜੋ ਦੇਣਾ, ਉਸੇ ਵੇਲੇ ਜਾਨੀ ਖਾਂ ਤੇ ਮਾਨੀ ਖਾਂ ਨੇ ਇਹਨੂੰ 100 ਰੁਪਇਆ ਦਿੱਤਾ। ਇਹ ਪਾਪੀ ਦਾ ਮਨ ਇੰਨਾ ਕੁ ਜਿਹੜਾ ਸੀ ਉਹ ਪਾਪ ਦੇ ਲਈ ਉਤਾਵਲਾ ਸੀ। ਉਹਨਾਂ ਨੂੰ ਕਹਿੰਦਾ ਇਹ ਇਨਾਮ ਥੋੜਾ, ਉਹਨਾਂ ਨੇ 200 ਰੁਪਇਆ ਉਹਨੂੰ ਉਸੇ ਵੇਲੇ ਇਨਾਮ ਦਾ ਦਿੱਤਾ, ਜੋ ਇਤਿਹਾਸਕਾਰਾਂ ਨੇ ਲਿਖਿਆ। ਅਖੀਰ ਉਹ ਹਾਕਮ ਆਏ, ਗੰਗੂ ਦਾ ਦਰਵਾਜ਼ਾ ਖੋਲਿਆ, ਮਾਂ ਗੁਜ਼ਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਮੋਰਿੰਡੇ ਥਾਣੇ ਲੈ ਗਏ। 23 ਦਸੰਬਰ ਦੀ ਰਾਤ ਜਿਹੜੀ ਹੈ ਉਹ ਗੰਗੂ ਦੇ ਘਰ ਕੱਟੀ। 24 ਦਸੰਬਰ ਦਾ ਦਿਨ ਚੜ੍ਹਦੇ ਸਾਰ ਹੀ ਭੁੱਖੇ ਭਾਣਿਆਂ ਨੂੰ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਮੋਰਿੰਡੇ ਥਾਣੇ ਲੈ ਗਏ। ਮੋਰਿੰਡੇ ਥਾਣੇ ਜਾ ਕੇ ਕੋਤਵਾਲੀ ਦੇ ਵਿੱਚ ਬੰਦ ਕਰ ਦਿੱਤਾ। ਮਾਂ ਠੰਡੇ ਫਰਸ਼ ਦੇ ਉੱਤੇ ਆਪਣੀਆਂ ਪੋਤਰੀਆਂ ਨੂੰ ਲੈ ਕੇ ਉਸ ਠੰਡੇ ਸਮੇਂ ਦੇ ਵਿੱਚ ਕੋਤਵਾਲੀ ਦੇ ਵਿੱਚ ਕੈਦ ਹੈ। ਇਹਨਾਂ ਦੋਵਾਂ ਨੇ ਇਸ ਗੱਲ ਨੂੰ ਸੋਚਿਆ ਵੀ ਕਿੰਨਾ ਚੰਗਾ ਹੋਵੇ ਜੇ ਅਸੀਂ ਇਹਨਾਂ ਨੂੰ ਇਸਲਾਮ ਕਬੂਲ ਕਰਵਾ ਕੇ ਹੀ ਸੂਬੇ ਸਰਹੰਦ ਦੇ ਅੱਗੇ ਪੇਸ਼ ਕਰੀਏ ਤੇ ਸੂਬਾ ਸਰਹੰਦ ਸਾਡੇ ਤੇ ਬੜਾ ਖੁਸ਼ ਹੋਵੇਗਾ, ਸਾਨੂੰ ਵੱਡੇ ਇਨਾਮ ਮਿਲਣਗੇ, ਸਾਡੀਆਂ ਪਦਵੀਆਂ ਉੱਚੀਆਂ ਹੋ ਜਾਣਗੀਆਂ, ਸਾਡੇ ਰੁਤਬੇ ਜਿਹੜੇ ਨੇ ਉਹ ਉੱਚੇ ਹੋ ਜਾਣਗੇ। ਜ਼ਾਲਮਾਂ ਨੇ 24 ਦਸੰਬਰ ਨੂੰ ਹੀ ਅੱਤ ਦਾ ਤਸ਼ੱਦਦ ਜਿਹੜਾ ਸੀ ਸਾਹਿਬਜ਼ਾਦਿਆਂ ਦੇ ਉੱਤੇ ਕੀਤਾ। ਕੁਝ ਇਤਿਹਾਸਕਾਰਾਂ ਦਾ ਜ਼ਿਕਰ ਹੈ, ਸਾਹਿਬਜ਼ਾਦਿਆਂ ਦੇ ਸਰੀਰ ਦੇ ਕੱਪੜੇ ਉਤਾਰ ਕੇ ਕੋੜੇ ਮਾਰੇ ਗਏ, ਅੱਗ ਬਾਲ ਕੇ ਉਹਨਾਂ ਦੀਆਂ ਉਂਗਲਾਂ ਦੇ ਪੋਟੇ ਜਿਹੜੇ ਨੇ, ਉਹਨਾਂ ਦੀਆਂ ਉਂਗਲਾਂ ਦੇ ਪੋਟੇ ਜਿਹੜੇ ਨੇ ਉਹ ਸਾੜੇ ਗਏ। ਬਾਰ-ਬਾਰ ਉਹਨਾਂ ਨੂੰ ਇਹ ਗੱਲ ਕਹੀ ਜਾਂਦੀ ਹੈ ਇਸਲਾਮ ਕਬੂਲ ਕਰ ਲਵੋ, ਤੁਹਾਡਾ ਪਿਤਾ ਸ਼ਹੀਦ ਹੋ ਚੁੱਕਾ ਹੈ, ਤੁਹਾਡੇ ਭਰਾ ਸ਼ਹੀਦ ਹੋ ਚੁੱਕੇ ਨੇ, ਤੁਹਾਡੇ ਸਿੰਘ ਜਿਹੜੇ ਨੇ ਉਹ ਮਾਰੇ ਜਾ ਚੁੱਕੇ ਨੇ। ਪਰ ਸਾਹਿਬਜ਼ਾਦੇ ਅਜੋੜ ਮਾਂ ਦੀਆਂ ਸਿੱਖਿਆਵਾਂ ਤੇ ਖਲੋਤੇ ਨੇ। 24 ਦਸੰਬਰ ਦੀ ਰਾਤ ਹੋਈ, ਭੁੱਖੇ ਭਾਣਿਆਂ ਨੇ ਮੋਰਿੰਡੇ ਦੀ ਕੋਤਵਾਲੀ ਦੇ ਵਿੱਚ ਕੱਢੀ। ਇੱਕ ਭਰਾ ਜਾਨੀ ਖਾਂ ਜਿਹੜਾ ਸੀ ਉਹ ਪਹਿਰੇ ਦੇ ਉੱਤੇ ਰੁਕ ਗਿਆ, ਉਹਨਾਂ ਦੇ ਕੋਲ ਰੁਕ ਗਿਆ। ਦੂਸਰਾ ਸਰਹੰਦ ਖਬਰ ਪਹੁੰਚਾਉਣ ਚਲਾ ਗਿਆ। ਰਾਤੋਂ ਰਾਤ ਸੂਬੇ ਸਰਹੰਦ ਨੂੰ ਖਬਰ ਦਿੱਤੀ, ਉਹ ਤੈਨੂੰ ਲੱਭਣ ਦੇ ਲਈ ਤੂੰ ਇੰਨੇ ਦਿਨਾਂ ਤੋਂ ਭੱਜਿਆ ਫਿਰਦਾ ਹੈ, ਖੁਸ਼ੀ ਮਨਾ,
ਤੈਨੂੰ ਚਾਹ ਹੋਵੇ ਇਸ ਗੱਲ ਦਾ, ਅੱਜ ਮੈਂ ਤੇਰੇ ਸਾਹਮਣੇ ਇੱਕ ਐਸੀ ਖਬਰ ਲੈ ਕੇ ਆਇਆ ਵੀ ਜਿਸ ਗੁਰੂ ਗੋਬਿੰਦ ਸਿੰਘ ਨੂੰ ਲੱਭਣ ਦੇ ਲਈ ਤੂੰ ਦਿਨ ਰਾਤ ਇੱਕ ਕਰ ਦਿੱਤਾ, ਤੂੰ ਅਨੰਦਪੁਰ ਦੇ ਵਿੱਚ ਲੰਮੇਰੇ ਘੇਰੇ ਪਾ ਕੇ ਬੈਠਾ ਰਿਹਾ, ਤੂੰ ਕਿੰਨਾ ਆਪਣਾ ਨੁਕਸਾਨ ਕਰਾਇਆ। ਅੱਜ ਮੈਂ ਤੈਨੂੰ ਇੱਕ ਖਬਰ ਜਿਹੜੀ ਦੱਸਣ ਲੱਗਾ, ਇਸ ਖਬਰ ਨੂੰ ਸੁਣ ਕੇ ਤੂੰ ਇੰਨਾ ਖੁਸ਼ ਹੋਵੇਗਾ, ਇੰਨਾ ਖੁਸ਼ ਹੋਵੇਗਾ। ਤੇ ਜਿਸ ਗੁਰੂ ਨੂੰ ਲੱਭਣ ਦੇ ਲਈ ਤੂੰ ਇਹ ਸਭ ਕੁਝ ਕੀਤਾ, ਉਹ ਗੁਰੂ ਤਾਂ ਆਪ ਤੇਰੇ ਕੋਲ ਭੱਜਿਆ ਆਵੇਗਾ। ਬੱਚਿਆਂ ਦਾ ਦੁੱਖ ਕਿਹਨੂੰ ਨਹੀਂ ਹੁੰਦਾ, ਕਿਹਨੂੰ ਨਹੀਂ ਹੁੰਦਾ ਬੱਚਿਆਂ ਦਾ ਦੁੱਖ। ਸਾਰੀ ਖਬਰ ਸੁਣਾਈ। ਵਜ਼ੀਰ ਖਾਨ ਜਿਹੜਾ ਚਮਕੌਰ ਦੀ ਗੜੀ ਚੋਂ ਕਲਪਿਆ ਵਾਪਸ ਆਇਆ ਸੀਗਾ, ਜਦੋਂ ਕਲਗੀਆਂ ਵਾਲੇ ਨੇ ਉੱਥੇ ਹੱਥ ਤੇ ਹੱਥ ਮਾਰ ਕੇ ਇਹ ਪੈਗਾਮ ਦੇ ਕੇ ਪੀਰੇ ਹਿੰਦ ਮੇ ਰਵਦ ਚਮਕੌਰ ਦੀ ਗੜੀ ਨੂੰ ਛੱਡਿਆ। ਇਹ ਬੜਾ ਕਲਪਿਆ, ਬੜਾ ਤੜਫਿਆ। ਇਹਦੀ ਉਹ ਸਾਰੀ ਕਲਪਨਾ ਜਿਹੜੀ ਸੀ ਖਤਮ ਹੋਈ, ਸਾਰੀ ਤੜਫ ਖਤਮ ਹੋਈ। ਇਹ ਬੜਾ ਖੁਸ਼ ਹੋਇਆ ਵੀ ਹੁਣ ਗੁਰੂ ਗੋਬਿੰਦ ਸਿੰਘ ਆਪ ਮੇਰੇ ਕੋਲ ਭੱਜਿਆ ਆਵੇਗਾ। ਉਸੇ ਵੇਲੇ ਸਿਪਾਹੀ ਭੇਜੇ, ਤੁਰੰਤ ਹੁਣੇ ਜਾ ਕੇ ਉਹਨਾਂ ਨੂੰ ਸਰਹੰਦ ਲੈ ਆਂਦਾ ਜਾਵੇ। ਮੋਰਿੰਡੇ ਵੱਲ ਉਸੇ ਵੇਲੇ ਸਰਹੰਦ ਤੋਂ ਇੱਕ ਸਿਪਾਹੀਆਂ ਦੀ ਟੁਕੜੀ ਰਵਾਨਾ ਹੋਈ। ਅੰਮ੍ਰਿਤ ਵੇਲੇ 25 ਤਰੀਕ ਦੀ ਜਿਹੜੀ ਸਵੇਰ ਹੈ, ਇਹ ਨੁਕਤੇ ਯਾਦ ਰੱਖਿਓ, 25 ਤਰੀਕ ਦੀ ਜਿਹੜੀ ਸਵੇਰ ਹੈ, ਮੋਰਿੰਡੇ ਉਹ ਸਿਪਾਹੀ ਪਹੁੰਚਦੇ ਨੇ। ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਇਸ ਗੱਲ ਦਾ ਜ਼ਿਕਰ ਸਰਦਾਰ ਰਤਨ ਸਿੰਘ ਭੰਗੂ ਜੀ ਨੇ ਕੀਤਾ ਵੀ ਤਿੰਨਾਂ ਦੇ ਹੱਥ ਪਿੱਛੇ ਬੰਨ ਕੇ ਗੁਰਬਿਲਾਸ ਪਾਤਸ਼ਾਹ ਦਸਵੀਂ ਨੇ ਇਸ ਗੱਲ ਦਾ ਜ਼ਿਕਰ ਕੀਤਾ। ਤਿੰਨਾਂ ਦੇ ਹੱਥ ਪਿੱਛੇ ਕਰਕੇ, ਹੱਥ ਕੜੀਆਂ ਲਾ ਕੇ, ਪੈਰਾਂ ਦੇ ਵਿੱਚ ਬੇੜੀਆਂ ਪਾ ਕੇ, ਗੱਡੇ ਦੇ ਉੱਤੇ ਸੁੱਟ ਕੇ ਤਿੰਨਾਂ ਨੂੰ ਇਹ ਪਾਪੀ ਜਿਹੜੇ ਸਨ 25 ਤਰੀਕ ਦੇ ਅੰਮ੍ਰਿਤ ਵੇਲੇ ਮੋਰਿੰਡੇ ਨੂੰ ਸਰਹੰਦ ਵੱਲ ਹੋ ਗਏ। ਸਫ਼ਰ ਕਰਦੇ ਗਏ ਲੋਕ ਵੇਂਦੇ ਵੀ ਇਹਨਾਂ ਨੇ ਐਸਾ ਕਿਹੜਾ ਗੁਨਾਹ ਕਰ ਦਿੱਤਾ ਹੈ। ਇੱਕ ਬਜ਼ੁਰਗ ਔਰਤ ਨੂੰ, ਇਹਨਾਂ ਮਾਸੂਮ ਤੇ ਛੋਟੇ ਬੱਚਿਆਂ ਨੂੰ ਇਸ ਢੰਗ ਦੇ ਨਾਲ ਫੜ ਕੇ ਲਿਜਾਇਆ ਜਾ ਰਿਹਾ ਹੈ। ਐਸਾ ਕਿਹੜਾ ਗੁਨਾਹ ਹੋ ਗਿਆ। ਅਖੀਰ ਜਦੋਂ ਸਰਹੰਦ ਪਹੁੰਚੇ, ਇੱਕ ਇਤਿਹਾਸਕਾਰ ਨੇ ਜ਼ਿਕਰ ਕੀਤਾ ਵੀ ਪਿੱਪਲ ਦੇ ਦਰਖਤ ਦੇ ਹੇਠ ਜਦੋਂ ਉਹ ਗੱਡਾ ਰੁਕਿਆ ਗਿਆ, ਗੱਡਾ ਸਮਝਦੇ ਨਾ ਆਪਣਾ ਰੱਥ ਟਾਈਪ, ਉਹ ਜਦੋਂ ਗੱਡਾ ਰੁਕਿਆ ਗਿਆ, ਬੜੀ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਪਾਪੀਆਂ ਨੇ ਨਿਰਦਇਤਾ ਦੇ ਨਾਲ ਗੱਡੇ ਚੋਂ ਉਤਾਰਿਆ। ਗੱਡੇ ਚੋਂ ਉਤਾਰ ਕੇ ਜਦੋਂ ਉੱਥੇ ਸਰਹੰਦ ਦੇ ਵਸਨੀਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ, ਇੰਨੇ ਚਿਰ ਨੂੰ ਵਜ਼ੀਰ ਖਾਨ ਦਾ ਜਿਹੜਾ ਉਹ ਹੁਣ ਉਹਨੂੰ ਤਾਂ ਉਹਨਾਂ ਨੇ ਦੀਵਾਨ ਦੱਸੇ, ਪਰ ਮੈਂ ਉਹਨੂੰ ਜੁੱਤੀ ਚੱਟ ਗਿਣਾ, ਜਿਹਨੂੰ ਆਪਾਂ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਸੁੱਚਾ ਨੰਦ ਕਹਿ ਲੈਂਦੇ ਆ। ਨਾਮ ਦਾ ਸੁੱਚਾ ਨੰਦ ਸੀ, ਹੈ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ। ਮਾਂ ਨੇ ਪੋਤਰਿਆਂ ਨੂੰ ਹੌਸਲਾ ਦਿੱਤਾ, ਕੋਈ ਫਿਕਰ ਨਾ ਕਰਿਆ ਜੇ, ਇਹ ਤਾਂ ਜਿਹੜੇ ਨੇ ਇਹ ਬੇਗਾਨੇ ਨੇ, ਇਹਨਾਂ ਤੋਂ ਕਿਸੇ ਪ੍ਰਕਾਰ ਦੀ ਕੋਈ ਆਸ ਨਹੀਂ ਲਾਈ ਜਾ ਸਕਦੀ। ਇਹਨਾਂ ਨੇ ਜੋ ਸਾਡੇ ਨਾਲ ਸਲੂਕ ਕੀਤਾ, ਜੋ ਇਹਨਾਂ ਨੇ ਸਾਡੇ ਨਾਲ ਵਰਤਾਰਾ ਕੀਤਾ, ਇਹਨਾਂ ਤੋਂ ਕਿਸੇ ਪ੍ਰਕਾਰ ਦੀ ਅਜਿਹੀ ਆਸ ਨਹੀਂ ਸੀ ਲਾਈ ਜਾ ਸਕਦੀ ਵੀ ਸਾਡੇ ਨਾਲ ਚੰਗਾ ਇਹ ਸਲੂਕ ਕਰਦੇ। ਪਰ ਇਹ ਤਾਂ ਆਪਣਾ ਹੈ। ਇੱਥੇ ਮੈਂ ਰੁਕਣਾ ਚਾਹੁੰਦਾ ਕਿ ਇਸ ਬੇਨਤੀ ਨੂੰ ਥੋੜਾ ਜਿਹਾ ਤਵੱਜੋ ਦੇ ਨਾਲ ਤੇ ਗਹਿਰਾਈ ਦੇ ਵਿੱਚ ਜਾ ਕੇ ਸਮਝਣ ਦਾ ਯਤਨ ਕਰਿਓ। ਸਾਰੇ ਬੰਦੇ ਜਿਹੜੇ ਨੇ ਉਹ ਮਾੜੇ ਨਹੀਂ ਹੋਇਆ ਕਰਦੇ। ਹਰ ਮਜ਼ਹਬ ਦੇ ਵਿੱਚ ਚੰਗੇ ਵੀ ਨੇ ਤੇ ਮਾੜੇ ਵੀ ਨੇ, ਪਰ ਜਿਹੜੇ ਸਿੱਖੀ ਨੂੰ ਸਿੱਖੀ ਦੀ ਵਿਰੋਧਤਾ ਕਰਦੇ ਹੋਏ ਸਿੱਖੀ ਦਾ ਘਾਣ ਕਰਨ ਵਾਲੇ ਨੇ ਨਾ, ਜਾਂ ਜਿਹੜੇ ਸਿੱਖੀ ਦੀ ਵਿਲੱਖਣਤਾ ਨੂੰ ਆਪਣੇ ਅੰਦਰ ਜਜ਼ਬ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਨੇ, ਉਹਨਾਂ ਦੀ ਪੁਰਜੋਰ ਇਹ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ। ਉਹ ਤਰ੍ਹਾਂ ਤਰ੍ਹਾਂ ਦੇ ਬਿਆਨ ਕਰਦੇ ਨੇ, ਤਰ੍ਹਾਂ ਤਰ੍ਹਾਂ ਦੇ ਬਿਆਨ ਤੁਸੀਂ ਵੀ ਸੁਣੇ ਹੋਣਗੇ। ਉਹ ਕਹਿੰਦੇ ਨੇ ਵੀ
ਸੁੰਦਰ ਚੰਗੇ ਵੀ ਨੇ ਤੇ ਮਾੜੇ ਨੇ, ਤੇ ਸਾਡੇ ਸਿੱਖਾਂ ਚ ਵੀ ਨੇ। ਅੱਜ ਉਹ ਲੋਕ ਬਾਰ-ਬਾਰ ਇਹ ਬਿਆਨ ਦਿੰਦੇ ਨੇ, ਨਾਗਪੁਰ ਤੋਂ ਬੈਠ ਕੇ ਬਾਰ-ਬਾਰ ਸੈਂਟਰ ਚੋਂ ਇਹ ਜਿਹੜੇ ਨੇ ਉਹ ਹਵਾਲੇ ਦਿੱਤੇ ਜਾਂਦੇ ਨੇ ਵੀ ਸਿੱਖਾਂ ਦਾ ਤੇ ਹਿੰਦੂਆਂ ਦਾ ਨੋ ਵਾਸਤਾ ਰਿਸ਼ਤਾ ਹੈ। ਸਿੱਖ ਤੇ ਹਿੰਦੂ ਜਿਹੜੇ ਨੇ ਉਹ ਇਕੱਠੇ ਨੇ, ਇਹ ਆਪਣੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰ ਦੇਣੀ ਚਾਹੁੰਦਾ, ਉਹ ਅਸੀਂ ਤੇ ਤੁਹਾਨੂੰ ਆਪਣੇ ਬਣਾਇਆ ਸੀ, ਅਸੀਂ ਤਾਂ ਆਪਣੇ ਬਣਾਇਆ ਸੀ, ਪਰ ਤੁਹਾਡੇ ਖੂਨ ਦੇ ਅੰਦਰ ਹਮੇਸ਼ਾ ਮਕਾਰੀ ਰਹੀ, ਤੁਸੀਂ ਆਪਣੇ ਨਹੀਂ ਬਣੇ। ਜਦੋਂ ਸੁੱਚਾ ਨੰਦ ਨੂੰ ਵੇਖਿਆ ਮਾਂ ਨੇ ਕਿਹਾ ਕੋਈ ਗੱਲ ਨਹੀਂ ਪੁੱਤਰਿਓ, ਮੇਰੇ ਬੱਚਿਓ, ਤੁਸੀਂ ਦਿਲ ਨਾ ਹੌਲਾ ਕਰਿਆ ਜੇ, ਦਿਲ ਨਾ ਛੋਟਾ ਕਰਿਓ। ਸੁੱਚਾ ਨੰਦ ਤੁਰਿਆ ਹੁੰਦਾ ਹੈ, ਇਹ ਇਸੇ ਭਾਰਤ ਦੀ ਧਰਤੀ ਦਾ ਰਹਿਣ ਵਾਲਾ ਹੈ, ਇਹ ਹਿੰਦੂ ਹੈ। ਬੜੇ ਪਰਉਪਕਾਰ ਨੇ ਤੁਹਾਡੇ ਦਾਦੇ ਦੇ, ਇਹਨਾਂ ਦੇ ਸਿਰ ਦੇ ਉੱਤੇ। ਇਹ ਆਪਣੇ ਨਾਲ ਕੋਈ ਨਜ਼ਾਇਜ਼ ਨਹੀਂ ਹੋਣ ਦੇਵੇਗਾ। ਮਾਂ ਨੇ ਆਪਣਾ ਕਿਹਾ, ਪਰ ਉੱਥੇ ਸੁੱਚਾ ਨੰਦ ਆਪਣਾ ਬਣਿਆ ਨਹੀਂ। ਉੱਥੇ ਤੁਸੀਂ ਆਪਣੇ ਸਾਡੇ ਬਣੇ ਨਹੀਂ। ਅਸੀਂ ਤਾਂ ਤੁਹਾਨੂੰ ਬਾਰ-ਬਾਰ ਆਪਣਾ ਬਣਾਉਂਦੇ ਰਹੇ, ਪਰ ਤੁਸੀਂ ਹੀ ਹਮੇਸ਼ਾ ਪਿੱਠ ਦੇ ਪਿੱਛੇ ਵਾਰ ਕੀਤਾ। ਆਉਂਦਿਆਂ ਸਾਰੀ ਮਾਂ ਨੂੰ ਇੱਕ ਗੱਲ ਕਹਿੰਦਾ ਹੈ, ਆਪਣੀਆਂ ਸਿਪਾਹੀਆਂ ਨੂੰ ਇੱਕ ਗੱਲ ਕਹਿੰਦਾ ਹੈ, ਮਾਂ ਦੇ ਪ੍ਰਤੀ ਇਸ ਗੁੱਗੜੀ ਨੂੰ ਠੰਡੇ ਬੁਰਜ ਦੇ ਵਿੱਚ ਲੈ ਜਾਓ, ਇਹਨਾਂ ਬੱਚਿਆਂ ਨੂੰ ਵਜ਼ੀਰ ਦੀ ਕਚਹਿਰੀ ਦੇ ਵਿੱਚ ਪੇਸ਼ ਕਰੋ, ਉੱਥੇ ਇਹਨਾਂ ਦੇ ਫੈਸਲੇ ਹੋਣਗੇ। ਉੱਥੇ ਇਹਨਾਂ ਨੂੰ ਪੁੱਛਿਆ ਜਾਵੇਗਾ ਵੀ ਇਹਨਾਂ ਦੀ ਕੀ ਜਿਹੜੀ ਹੈ ਉਹ ਮਨ ਦੇ ਖਿਆਲ ਨੇ, ਕੀ ਇਹਨਾਂ ਦੀ ਮਨਸ਼ਾ ਹੈ। ਸਿਪਾਹੀਆਂ ਦੇ ਵਿੱਚੋਂ ਕੁਝ ਕੁਮਾਰ ਨੂੰ ਠੰਡੇ ਬੁਰਜ ਦੇ ਵਿੱਚ ਲੈ ਗਏ, ਤੇ ਕੁਝ ਜਿਹੜੇ ਸਨ ਉਹ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਤੇ ਰਹਿ ਗਏ। ਇੱਥੇ ਇੱਕ ਛੋਟੀ ਜਿਹੀ ਹੋਰ ਬੇਨਤੀ ਕਰਦੇ, ਸੱਚ ਜਾਣਨਾ, ਦੁਸ਼ਮਣ ਦੀ ਬੇਅੰਤ ਅਣਗਿਣਤ ਫੌਜ ਜਿਹੜਾ ਕੰਮ ਨਹੀਂ ਨਾ ਕਰ ਸਕੀ, ਉਹ ਕੰਮ ਸਾਡੇ ਆਪਣਿਆਂ ਨੇ ਕਰ। ਤੁਸੀਂ ਪੁੱਛੋਗੇ ਵੀ ਉਹ ਕਿਵੇਂ? ਬੇਅੰਤ ਤੇ ਅਣਗਿਣਤ ਫੌਜ ਨੇ, ਦੁਸ਼ਮਣ ਦੀ ਫੌਜ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ, ਚਮਕੌਰ ਦੀ ਗੜੀ ਨੂੰ ਘੇਰਾ ਪਾਇਆ। ਪਰ ਸੱਚ ਜਾਣਨਾ, ਉਹ ਚਮਕੌਰ ਦੀ ਗੜੀ ਨਹੀਂ ਢਾ ਸਕੇ, ਉਹ ਚਮਕੌਰ ਦੀ ਗੜੀ ਦਾ ਵਜੂਦ ਨਹੀਂ ਖਤਮ ਕਰ ਸਕੇ। ਪਰ ਇਹ ਵਜੂਦ ਮਾਰ ਹੇਠਾਂ ਦੇ ਨਾਮ ਤੇ, ਜਿਹਨੂੰ ਅਸੀਂ ਕਾਰ ਸੇਵਾ ਕਹਿ ਦਿੰਦੇ ਆ, ਮਾਰ ਹੇਠਾਂ ਦੇ ਨਾਮ ਦੇ ਉੱਤੇ ਸਾਡਿਆਂ ਆਪਣਿਆਂ ਨੇ ਇਸ ਗੜੀ ਦਾ ਵਜੂਦ ਖਤਮ ਕਰ ਦਿੱਤਾ। ਤੇ ਤੁਹਾਡੇ ਬੱਚੇ ਤੁਹਾਨੂੰ ਪੁੱਛਣ ਵੀ ਉਹ ਠੰਡਾ ਸਰਹੰਦ ਦਾ ਬੁਰਜ ਜਿਹੜਾ ਹੈ ਉਹ ਸਾਨੂੰ ਵਿਖਾ ਕੇ ਲੈ ਕੇ ਆਓ। ਹੈ ਤੁਹਾਡੇ ਕੋਲ ਕੋਈ ਉੱਥੇ ਸਬੂਤ ਜੀ ਵੀ ਆਹ ਠੰਡਾ ਬੁਰਜ ਹੈ? ਤੁਹਾਡੇ ਬੱਚੇ ਤੁਹਾਨੂੰ ਪੁੱਛਣ ਸਾਨੂੰ ਚਮਕੌਰ ਦੀ ਗੜੀ ਵਿਖਾਓ, ਸਾਡੇ ਕੋਲ ਕੋਈ ਵਜੂਦ ਨਹੀਂ ਰਹਿ ਗਿਆ ਉੱਥੇ ਉਹਨਾਂ ਨੂੰ ਚਮਕੌਰ ਦੀ ਗੜੀ ਵਿਖਾਉਣ ਦਾ। ਖੈਰ, ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਖੜਿਆ ਗਿਆ। ਜਾਂਦੇ ਸਾਰੀ ਸਾਹਿਬਜ਼ਾਦਿਆਂ ਨੇ ਕਚਹਿਰੀ ਦੇ ਵਿੱਚ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਆ ਫਤਿਹ ਦੇ ਜੈਕਾਰੇ ਉੱਥੇ ਗੁੱਜੇ, ਸਾਰੀ ਕਚਹਿਰੀ ਜਿਹੜੀ ਸੀ ਉਹ ਸਾਧ ਸੰਗਤ ਦੀ ਹੱਕੀ ਪੱਕੀ ਰਹਿ ਗਈ। ਸੁੱਚਾ ਨੰਦ ਫਿਰ ਇਹ ਗੱਲ ਕਹਿੰਦਾ, ਤੁਹਾਡੇ ਗੁਰੂ ਦਾ ਦਰਬਾਰ ਨਹੀਂ ਜੇ, ਓਏ ਆਨੰਦਪੁਰ ਦੀ ਨਗਰੀ ਨਹੀਂ ਜੇ, ਵਜ਼ੀਰੇ ਦੀ ਕਚਹਿਰੀ ਹੈ, ਇੱਥੇ ਤੁਹਾਡੀ ਗੁਰੂ ਦੀ ਫਤਿਹ ਨਹੀਂ ਚੱਲਣੀ। ਇੱਥੇ ਤਾਂ ਝੁਕ ਕੇ ਵਜ਼ੀਰ ਖਾਨ ਨੂੰ ਸਲਾਮ ਕਰਨਾ ਪਵੇਗਾ, ਝੁਕ ਕੇ ਸਲਾਮ ਕਰਨਾ ਪਵੇਗਾ। ਸਾਹਿਬਜ਼ਾਦੇ ਨੇ ਬੜਾ ਟੜਕਾ ਕੇ ਆਵਾਜ਼ਾਂ ਹੁੰਦਾ ਹੈ। ਉਸ ਤੋਂ ਇਲਾਵਾ ਸਿੱਖ ਨੇ ਕਦੇ ਕਿਸੇ ਦੇ ਅੱਗੇ ਆਪਣਾ ਸੀਸ ਨਹੀਂ ਝੁਕਾਇਆ। ਉਹ ਥਾਂ ਥਾਂ ਤੇ ਸੀਸ ਝੁਕਾਉਣ ਵਾਲਿਆ,
मैं बार बार इस गल की बेनती करया करता, हर साल बेनती करया करता। अज क्षमा करना भी सिख दा सीस पता नहीं केड़ियां केड़ियां थावां ते झुक जांदा है। असी डेरेदारां दे अगे सीस झुका दिते, असी बाबियां दे अगे सीस झुका दिते, मड़ियां दे अगे सीस झुका दिते, असी मंदरां दे अगे सीस झुका दिते, असी दरख्तां दे अगे सीस झुका दिते। मैं तां कई ऐसे भी जेड़े ने को लोक वेखे गां नूं पेड़ा चार के ते उन्हीं मत्था टेकी जाणगे। मंगलवार वाले दिन पेड़ा गां नूं चार के ते उन्हीं मत्था टेकी जाणगे भी मेरा भला कर दी। कदे साहिबजादियां दे इन्हां इतिहासिक पन्नियां तो सीखण दा यतन करी। अगे जाके मैं एक दास्तान थोड़ी जी होर साझी करनी। अखीर साहिबजादियां नूं ਇਹ ਗੱਲ ਕਹੀ ਗਈ ਵੀ ਤੁਹਾਡਾ ਪਿਤਾ ਜਿਹੜਾ ਹੈ ਉਹ ਸ਼ਹੀਦ ਹੋ ਚੁੱਕਾ ਹੈ, ਤੁਹਾਡੇ ਭਰਾ ਸ਼ਹੀਦ ਹੋ ਚੁੱਕੇ ਨੇ, ਤੁਹਾਡੇ ਸਿੰਘ ਸ਼ਹੀਦ ਹੋ ਚੁੱਕੇ ਨੇ, ਤੁਸੀਂ ਇਕੱਲੇ ਰਹਿ ਗਏ ਹੋ, ਇਸਲਾਮ ਕਬੂਲ ਕਰ ਲਓ। ਸਾਹਿਬਜ਼ਾਦੇ ਕਹਿੰਦੇ ਨਹੀਂ। ਇਥੋਂ ਮੈਂ ਸੰਖੇਪ ਦੀ ਗੱਲ ਸਾਂਝੀ ਕਰਨ ਲੱਗਾ। ਨਹੀਂ, ਤੁਸੀਂ ਕੀ ਕਰੋਗੇ? ਉਹ ਕਹਿੰਦੇ ਕਿ ਪਹਿਲੀ ਗੱਲ ਤਾਂ ਇਹ ਹੈ ਤੁਹਾਡਾ ਭਰਮ ਬੜਾ ਵੱਡਾ ਹੈ ਕਿ ਸਾਡੇ ਪਿਤਾ ਨੂੰ ਕੋਈ ਸ਼ਹੀਦ ਕਰਨ ਵਾਲਾ ਅਜੇ ਜੰਮਿਆ ਹੀ ਨਹੀਂ। ਰਹੀ ਸਾਡੇ ਕਰਨ ਦੀ ਗੱਲ, ਅਸੀਂ ਵੀ ਪਿਤਾ ਦੇ ਉਹਨਾਂ ਨਕਸ਼ੇ ਕਦਮਾਂ ਤੇ ਚੱਲਦਿਆਂ ਹੋਇਆਂ ਜਿੰਨਾ ਚਿਰ ਜ਼ੁਲਮ ਦੀ ਜੜ ਨਹੀਂ ਪੱਟੀ ਜਾਂਦੀ, ਜਿੰਨਾ ਚਿਰ ਜ਼ਾਲਮਾਂ ਦਾ ਖਾਤਮਾ ਨਹੀਂ ਹੁੰਦਾ, ਜਿੰਨਾ ਚਿਰ ਤੁਹਾਡੇ ਵਰਗੇ ਜ਼ੁਲਮ ਕਰਨ ਵਾਲੇ ਖਤਮ ਨਹੀਂ ਹੁੰਦੇ, ਅਸੀਂ ਆਪਣੇ ਜੀਵਨ ਨੂੰ ਇਸੇ ਤਰ੍ਹਾਂ ਹੀ ਸੰਘਰਸ਼ੀਲ ਰੱਖਾਂਗੇ। ਸੂਬਾ ਸਰਹੰਦ ਬੜਾ ਭੜਕਿਆ, ਗੁੱਸੇ ਦੇ ਵਿੱਚ ਆ ਕੇ ਗੱਲ ਕਹਿਣ ਲੱਗਾ ਤੁਹਾਨੂੰ ਸਖਤ ਸਜ਼ਾਵਾਂ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਸਾਹਿਬਜ਼ਾਦੇ ਕਹਿੰਦੇ ਜ਼ਿੰਦਗੀ ਦੀ ਪਰਵਾਹ ਹੀ ਕਿਸੇ ਨੂੰ ਨਹੀਂ। ਅਖੀਰ ਆਪਣੇ ਆਪ ਨੂੰ ਥੋੜਾ ਜਿਹਾ ਸੰਭਾਲ ਕੇ ਹੁਣ ਦੂਸਰੇ ਪਾਸੇ ਆਇਆ, ਕਿਉਂਕਿ ਸਿਆਸਤਦਾਨਾਂ ਦੇ ਬੜੇ ਜਿਹੜੇ ਨੇ ਕੋ ਦਾਅ ਪੇਚ ਹੁੰਦੇ ਜੀ, ਸ਼ਾਮ ਦਾਮ ਦੰਡ ਭੇਦ। ਥੋੜੀ ਜੀ ਨਿਮਰਤਾ ਵਿਖਾਉਂਦਿਆਂ ਹੋਇਆਂ, ਨਰਮਾਈ ਵਿਖਾਉਂਦਿਆਂ ਹੋਇਆਂ ਗੱਲ ਕਹਿੰਦੇ ਵੀ ਤੁਹਾਨੂੰ ਜੇ ਅਸੀਂ ਸਾਰੇ ਸੁੱਖ ਆਰਾਮ ਦੇ ਦਈਏ, ਛੋਟੇ ਬੱਚੇ ਭੁਲੇਖਾ ਹੈ ਨਾ ਵੀ ਸ਼ਾਇਦ ਕਿਤੇ ਛੋਟੇ ਬੱਚੇ ਜਿਹੜੇ ਨੇ ਉਹ ਸਾਰੀਆਂ ਗੱਲਾਂ ਦੇ ਵਿੱਚ ਆ ਜਾਣਗੇ, ਪਰ ਉਹਨਾਂ ਨੂੰ ਇਸ ਗੱਲ ਦਾ ਭਰਮ, ਸ਼ਾਇਦ ਇਸ ਗੱਲ ਦਾ ਉਹਨਾਂ ਨੂੰ ਇਲਮ ਨਹੀਂ ਵੀ ਇਹ ਬੱਚੇ ਭਾਵੇਂ ਜ਼ਰੂਰ ਛੋਟੇ ਨੇ, ਇਹ ਬੱਚੇ ਜ਼ਰੂਰ ਛੋਟੇ ਨੇ, ਪਰ ਇਹਨਾਂ ਦੀ ਪਰਵਰਿਸ਼ ਜਿਹੜੀ ਹੈ ਉਹ ਦਾਦੀ ਮਾਂ ਗੁਜ਼ਰ ਕੌਰ ਨੇ ਇੰਨੀ ਕੁ ਵੱਡੀ ਕੀਤੀ ਹੈ, ਇੰਨੇ ਕੁ ਵੱਡੇ ਦਿਲ ਦੇ ਨਾਲ ਕੀਤੀ ਹੈ ਵੀ ਇਹਨਾਂ ਛੋਟਿਆਂ ਬੱਚਿਆਂ ਨੂੰ ਵੱਡੇ ਵੱਡੇ ਪਾਠ ਜਿਹੜੇ ਨੇ ਪੜ੍ਹਾ ਦਿੱਤੇ। ਇੱਕ ਛੋਟਾ ਜਿਹਾ ਇਤਿਹਾਸ ਦਾ ਪੱਖ। ਇੱਕ ਵਾਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਜਿਹੜੇ ਨੇ ਕੋ ਗੱਤਕਾ ਖੇਡ ਰਹੇ। ਬਾਬਾ ਜੋਰਾਵਰ ਸਿੰਘ ਗਏ, ਸੰਖੇਪ ਦੀ ਗੱਲ ਸਾਂਝੀ ਕਰਦੇ ਹਾਂ। ਬਾਬਾ ਜੋਰਾਵਰ ਸਿੰਘ ਜੀ ਆਏ ਤਾਂ ਕਿ ਕਹਿਣ ਲੱਗੇ ਵੀਰੇ ਸਾਨੂੰ ਵੀ ਖਿਲਾ ਲਓ। ਉਹ ਕਹਿਣ ਲੱਗੇ ਜੁਝਾਰ ਸਿੰਘ ਆ ਜਾ, ਜੋਰਾਵਰ ਸਿੰਘ ਆ ਜਾ। ਤਿੰਨੇ ਭਰਾ ਗੱਤਕਾ ਖੇਡ ਰਹੇ ਨੇ। ਬਾਬਾ ਫਤਿਹ ਸਿੰਘ ਜੀ ਆ ਗਏ, ਮੈਂ ਵੀ ਤੁਹਾਡੇ ਨਾਲ ਗੱਤਕਾ ਖੇਡਣਾ ਹੈ। ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ ਫਤਿਹ ਸਿੰਘਾ ਅਜੇ ਤੂੰ ਛੋਟਾ ਹੈ, ਗੱਤਕੇ ਦੇ ਵਿੱਚ ਹਥਿਆਰ ਦੇ ਜ਼ੋਰ ਵਿਖਾਏ ਜਾਂਦੇ ਨੇ, ਕਿਤੇ ਤੈਨੂੰ ਸੱਟ ਵੱਜ ਜਾਏਗੀ। ਬਾਬਾ ਫਤਿਹ ਸਿੰਘ ਜਿਹੜੇ ਨੇ ਇੰਨੀ ਗੱਲ ਸੁਣੀ, ਅੰਦਰ ਕੇ ਉੱਚਾ ਸਾਰਾ ਇੱਕ ਦਮਾਲਾ ਬਣ ਕੇ ਵਾਪਸ ਆ ਗਏ। ਹੁਣ ਤਾਂ ਮੈਨੂੰ ਖਿਲਾ ਲਓ, ਹੁਣ ਤਾਂ ਮੈਂ ਵੀਰ ਜੋਰਾਵਰ ਜਿੱਡਾ ਹੋ ਗਿਆ, ਅਜੇ ਵੀ ਤੂੰ ਛੋਟਾ ਹੈ। ਫਿਰ ਗਏ, ਦੂਸਰਾ ਦਮਾਲਾ ਸਿਰ ਤੇ ਬੰਨ ਲਿਆ, ਉੱਚੇ ਜਿਹਾ ਦਮਾਲਾ ਬਣ ਕੇ ਆ ਗਏ। ਕਹਿਣ ਲੱਗੇ ਮੈਨੂੰ ਹੁਣ ਤਾਂ ਖਿਲਾ ਲਓ। ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ ਤੈਨੂੰ ਮੈਂ ਦੱਸਿਆ ਵੀ ਇਹ ਖੇਡ ਐਸੀ ਹੈ, ਸੱਟਾਂ ਵੱਜ ਜਾਣਗੀਆਂ, ਤੈਨੂੰ ਦਰਦ ਹੋਵੇਗਾ, ਤੈਨੂੰ ਪੀੜ ਹੋਵੇਗੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਰਾ ਦ੍ਰਿਸ਼ ਸੁਣ ਰਹੇ ਨੇ, ਵੇਖ ਰਹੇ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੜੇ ਧਰਮੇ ਦੇ ਵਿੱਚ ਅਜੀਤ ਸਿੰਘ ਨੂੰ ਗੱਲ ਕਹੀ, ਅਜੀਤ ਸਿੰਘਾ
ਪੁੱਤ ਐਵੇਂ ਨਾ ਕਹਿ, ਇਹਨੂੰ ਖਿਲਾ ਲੈ, ਇਹਨੂੰ ਖਿਲਾ ਲੈ ਆਪਣੇ ਨਾਲ। ਇਸ ਫਤਿਹ ਸਿੰਘ ਨੇ ਉਹਨਾਂ ਵੱਡੀਆਂ ਵੱਡੀਆਂ ਸੱਟਾਂ ਨੂੰ ਸਹਾਰਨਾ ਹੈ, ਉਹਨਾਂ ਵੱਡੀਆਂ ਵੱਡੀਆਂ ਸੱਟਾਂ ਨੂੰ ਸਹਾਰਨਾ, ਤੇ ਸੱਚ ਜਾਣੀ ਇਤਿਹਾਸ ਇਸ ਗੱਲ ਦੀ ਗਵਾਹੀ ਭਰੇਗਾ। ਉਹਨਾਂ ਵੱਡੀਆਂ ਸੱਟਾਂ ਨੂੰ ਸਹਾਰਦਿਆਂ ਵੀ ਇਹਨੂੰ ਦਰਦ ਦੀ ਕਿਸੇ ਪ੍ਰਕਾਰ ਦੀ ਕੋਈ ਮਹਿਸੂਸ ਨਹੀਂ ਹੁੰਦੀ। ਵੱਡੀਆਂ ਵੱਡੀਆਂ ਸੱਟਾਂ ਨੇ ਵੀ ਇਹਨੂੰ ਦਰਦ ਨਹੀਂ ਹੋਣ ਦੇਣਾ। ਇਹਨੂੰ ਆਪਣੇ ਨਾਲ ਖਿਲਾ ਲੈ। ਮੈਂ ਇੰਨੀ ਕੁ ਬੇਨਤੀ ਕਰਨੀ ਚਾਹੁੰਦਾ ਵੀ ਦਾਦੀ ਨੇ ਛੋਟੀਆਂ ਉਮਰਾਂ ਨੂੰ ਸਿੱਖਿਆਵਾਂ ਬੜੀਆਂ ਵੱਡੀਆਂ ਦਿੱਤੀਆਂ ਨੇ। ਅਖੀਰ ਕਚਹਿਰੀ ਜਿਹੜੀ ਸੀ ਉਹ ਨਿਬੜੀ। ਵਜ਼ੀਰ ਖਾਨ ਨੇ ਅੱਜ 25 ਤਰੀਕ ਦੀ ਸ਼ਾਮ ਨੂੰ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਦਾਦੀ ਦੇ ਕੋਲ ਭੇਜ ਦਿੱਤਾ। ਆਪਣੀ ਦਾਦੀ ਦੇ ਨਾਲ ਜਾ ਕੇ ਸਲਾਹ ਮਸ਼ਵਰਾ ਕਰਿਆ ਜੀ। ਜਿਹੜੀਆਂ ਅਸੀਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਇਹਦੇ ਬਾਬਤ ਜਾ ਕੇ ਦਾਦੀ ਨੂੰ ਪੁੱਛਿਆ ਜੀ ਵੀ ਦਾਦੀ ਕੀ ਕਰਨਾ, ਤੁਹਾਡੀਆਂ ਉਮਰਾਂ ਛੁੱਟੀਆਂ ਨੇ। ਨਾਲ ਇਸ ਸਮੇਂ ਦੇ ਉੱਤੇ ਵਜ਼ੀਰ ਖਾਨ ਨੇ, ਉਸ ਪਾਪੀ ਨੇ ਇਹ ਗੱਲ ਕਹਿ ਦਿੱਤੀ ਵੀ ਇਹਨਾਂ ਨੂੰ ਨਾ ਤਾਂ ਅੱਜ ਪ੍ਰਸ਼ਾਦਾ ਦਿੱਤਾ ਜਾਵੇ, ਨਾ ਕੋਈ ਕਿਸੇ ਪ੍ਰਕਾਰ ਦਾ ਕੋਈ ਕੱਪੜਾ ਇਹਨਾਂ ਨੂੰ ਦਿੱਤਾ ਜਾਵੇ। ਹੁਣ ਠੰਡਾ ਬੁਰਜ ਜਿਹੜਾ ਹੈ ਨਾ, ਉਹਨੂੰ ਜਦੋਂ ਆਪਾਂ ਸਮਝਣ ਦਾ ਯਤਨ ਕਰਦੇ ਹਾਂ, ਇਤਿਹਾਸਕਾਰ ਕਹਿੰਦੇ ਨੇ 140 ਫੁੱਟ ਉੱਚਾ ਹੈ, ਤੇ ਉਸ ਬੁਰਜ ਨੂੰ ਉਸ ਲਈ ਵਰਤਿਆ ਜਾਂਦਾ ਹੈ ਜਦੋਂ ਗਰਮੀਆਂ ਦੇ ਵਿੱਚ ਨਵਾਬ ਨੂੰ ਗਰਮੀ ਲੱਗਦੀ ਹੈ। ਉਹਦੀਆਂ ਕੰਧਾਂ ਦੇ ਨਾਲੋਂ ਇੱਕ ਹੰਸਲੀ ਕਿਹਾ ਜਾਂਦਾ, ਛੋਟੀ ਜਿਹੀ ਨਦੀ ਖਾਲ ਨੂੰ, ਉਹਦੀਆਂ ਕੰਧਾਂ ਦੇ ਨਾਲੋਂ ਇੱਕ ਪਾਣੀ ਦਾ ਛੋਟਾ ਜਿਹਾ ਖਾਲ ਗੁਜ਼ਰਦਾ ਹੈ। ਜਿਹੜਾ ਪਾਣੀ ਉਹਦੀਆਂ ਕੰਧਾਂ ਨੂੰ ਟੱਚ ਕਰਦਾ ਹੈ ਤੇ ਉਹਦੀਆਂ ਕੰਧਾਂ ਠੰਡੀਆਂ ਰਹਿੰਦੀਆਂ ਨੇ। ਜਦੋਂ ਹਵਾ ਪੈਂਦੀ ਹੈ ਤੇ ਉਸ ਬੁਰਜ ਦੇ ਵਿੱਚੋਂ ਠੰਡਕ ਦੀ ਮਹਿਸੂਸ ਹੁੰਦੀ ਹੈ। ਗਰਮੀ ਦੇ ਦਿਨਾਂ ਦੇ ਵਿੱਚ ਠੰਡ ਦੀ ਪੋਹ ਦੀਆਂ ਉਹਨਾਂ ਰਾਤਾਂ ਦੇ ਵਿੱਚ ਕੀ ਹਾਲਾਤ ਹੋਵੇਗਾ, ਇਹ ਮੇਰੀ ਜ਼ੁਬਾਨ ਬਿਆਨ ਨਹੀਂ ਕਰ ਸਕਦੀ। ਤੁਸੀਂ ਮਹਿਸੂਸ ਕਰੋ ਵੀ ਕੀ ਹਾਲਾਤ ਹੁੰਦੇ ਹੋਣ। ਖੈਰ, ਦਾਦੀ ਦੇ ਕੋਲ ਆਏ। ਦਾਦੀ ਨੇ ਦੋਵਾਂ ਪੁੱਤਰਿਆਂ ਨੂੰ ਜਿੰਨੇ ਕੁ ਸਾਧਨ ਸਨ ਨਿੱਘ ਦੇਣ ਦੀ ਕੋਸ਼ਿਸ਼ ਕੀਤੀ। ਸਾਰੀ ਦਾਸਤਾਨ ਪੁੱਛੀ। 25 ਦਸੰਬਰ ਦੀ ਰਾਤ ਭੁੱਖੇ ਭਾਣੇ ਸਾਹਿਬਜ਼ਾਦਿਆਂ ਨੇ ਠੰਡੇ ਬੁਰਜ ਦੇ ਵਿੱਚ ਬਤੀਤ ਕੀਤੀ। 5ਵੀਂ ਰਾਤ। ਹੁਣ ਸਮਝੇ ਜਿਹੜੀ ਮੈਂ ਬੇਨਤੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। 24 ਦਸੰਬਰ ਦੀ ਸਵੇਰ ਨੂੰ ਗ੍ਰਿਫਤਾਰ ਕਰ ਲਏ ਜਾਂਦੇ ਨੇ ਭੁੱਖੇ ਭਾਣੇ। 24 ਦਸੰਬਰ ਦੀ ਸਵੇਰ ਸਾਰਾ ਦਿਨ, ਸਾਰੀ ਰਾਤ 23 ਦਸੰਬਰ ਰਾਤ ਨੂੰ ਪਤਾਸੇ ਛਕੇ ਨੇ। 24 ਦਸੰਬਰ ਦਾ ਸਾਰਾ ਦਿਨ, ਸਾਰੀ ਰਾਤ, 25 ਦਸੰਬਰ ਦੀ ਸਾਰੀ ਰਾਤ ਤੇ ਸਾਰਾ ਦਿਨ ਬਤੀਤ ਹੋ ਗਿਆ। ਸਾਹਿਬਜ਼ਾਦੇ ਭੁੱਖਣ ਭਾਣੇ। ਮਹਿਸੂਸ ਕਰਿਓ ਸਾਧ ਸੰਗਤ ਜੀ ਕਿੰਨਾ ਪਲਾਂ ਨੂੰ। ਆਪਾਂ ਸਾਰੇ ਬੱਚਿਆਂ ਵਾਲੇ ਆ। ਮੈਂ ਅਕਸਰ ਬੇਨਤੀ ਕਰਿਆ ਕਰਦਾ ਵੀ ਸਾਡਾ ਤੇ ਬੱਚਾ 2 ਦਿਨ ਚੱਜ ਨਾਲ ਰੋਟੀ ਨਾ ਖਾਵੇ ਤੇ ਤੀਜੇ ਦਿਨ ਅਸੀਂ ਡਾਕਟਰ ਦੇ ਕੋਲ ਲੈ ਕੇ ਭੱਜ ਗਿਆ ਵੀ ਵੇਖਿਓ ਇਹਨੂੰ ਕਿਸੇ ਪ੍ਰਕਾਰ ਦੀ ਕੋਈ ਤਕਲੀਫ ਤੇ ਨਹੀਂ। 2 ਦਿਨ ਸਾਹਿਬਜ਼ਾਦਿਆਂ ਨੇ ਕੁਝ ਨਾ ਛਕਿਆ। ਅਖੀਰ 26 ਜਿਹੜੀ ਸੀ ਉਹ 26 ਦਸੰਬਰ ਦੀ ਸਵੇਰ ਹੋਈ। ਅੱਜ ਉਹਨਾਂ ਨੇ ਇੱਕ ਪਲਾਨ ਬਣਾਈ, ਇੱਕ ਵਿਉਂਤਬੰਦੀ ਘੜੀ ਕਿ ਅਸੀਂ ਵੱਡਾ ਗੇਟ ਬੰਦ ਕਰ ਦਈਏ ਤੇ ਛੋਟੀ ਜਿਹੜੀ ਬਾਰੀ ਹੈ ਉਹ ਖੋਲ ਦਈਏ। ਛੋਟੀ ਬਾਰੀ ਖੋਲ ਕੇ ਜਦੋਂ ਸਾਹਿਬਜ਼ਾਦੇ ਪਹਿਲਾਂ ਆਪਣਾ ਸੀਸ ਬਾਰੀ ਦੇ ਵਿੱਚੋਂ ਅਗਾਂਹ ਕਰਕੇ ਕਚਹਿਰੀ ਦੇ ਵਿੱਚ ਵੜਨਗੇ, ਅਸੀਂ ਗੋਲਾ ਪਾ ਦਿਆਂਗੇ। ਗੁਰੂ ਗੋਬਿੰਦ ਦੀਆਂ ਫਰਜ਼ੰਦਾਂ ਨੇ ਸੂਬੇ ਦੀ ਈਨ ਕਬੂਲ ਕਰ ਲਈ ਹੈ, ਝੁਕ ਕੇ ਨਮਸਕਾਰ ਕਰ ਦਿੱਤੀ ਹੈ। ਪਰ ਇਤਿਹਾਸ ਦੇ ਇੱਕ ਬੰਨੇ ਆਦਮੀ ਨੂੰ ਸਭਨਾਂ ਨੂੰ ਯਾਦ ਹੈ, ਉਹਨਾਂ ਦਾ ਸਾਰਾ ਭਰਮ ਉਦੋਂ ਟੁੱਟ ਗਿਆ ਜਦੋਂ ਗੁਰੂ ਗੋਬਿੰਦ ਦੀਆਂ ਫਰਜ਼ੰਦਾਂ ਨੇ ਪਹਿਲਾਂ ਆਪਣਾ ਕਦਮ ਅੱਗੇ ਵਧਾ ਕੇ ਸੂਬੇ ਸਰਹੰਦ ਨੂੰ ਇਸ ਗੱਲ ਦਾ ਸੰਕੇਤ ਕਰ ਦਿੱਤਾ, ਉਹ ਸੱਜਣਾ ਤੈਨੂੰ ਨਮਸਕਾਰਾਂ ਕਰਨੀਆਂ ਤੇ ਬੜੀ ਦੂਰ ਦੀ ਗੱਲ ਹੈ। ਤੇਰੇ ਵਰਗੇ ਪਾਪੀ ਦੇ ਅੱਗੇ ਸੀਸ ਝੁਕਾਉਣਾ ਤਾਂ ਬੜੀ ਦੂਰ ਦੀ ਗੱਲ ਹੈ। ਤੇਰੇ ਵਰਗੇ ਪਾਪੀ ਨੂੰ ਝੁਕ ਕੇ ਸਲਾਮਾਂ ਕਰਨੀਆਂ ਤੇ ਬੜੀ ਦੂਰ ਦੀ ਗੱਲ ਹੈ। ਤੇਰੇ ਵਰਗੇ ਨੂੰ ਅਸੀਂ ਆਪਣੀ ਜੁੱਤੀ ਦੀ ਨੋਕ ਤੇ ਕੁਝ ਨਹੀਂ
समझते तू साडे कोलों सलामा करवाना चाहुंदा है। कचहरी दे विच बड़े अज फिर लमेरियां गल्लां होईयां। लमेरियां गल्लां तो बाद बार बार साहिबजादियां नूं ये गल कही गई तुसीं इस्लाम कबूल कर लो। अज दे दिन मलेर कोटले दे नवाब नूं ये गल कही तू इन्हां बच्चियां नूं मार के इन्हां नूं खत्म करके अपने भरा दी मौत दा बदला ले सकदा है। मैं जिवें पहला बेनती की भी हर एक मजहब के अंदर चंगे भी ने ते माड़े भी ने। मलेर कोटले दे नवाब ने उथे ये हार दा नारा मारदे होइयां ये गल कही इस्लाम जिहड़ा है शरा जिहड़ी है वो बजुर्गां ते बच्चियां दे उत्ते जुल्म करन नूं किसी भी प्रकार की प्रवानगी नहीं देंदी। वो कहने लगा कोई शक नहीं गुरु गोबिंद ने मेरा भरा मारिया है चमकोर की गड़ी दे विच पर मैं बदला गुरु गोबिंद सिंह जी दे को लवांगा। बदला लेना होगा तो लेवे बाप से खुदा महफूज रखे हमें ऐसे पाप से। कह लगे भी सानू खुदा इहो जे पाप तो बचा के रखे। अखीर 26 तरीक की कचहरी नूं भी मुलतवी कर दिता गया ये गल कह के भी जे तुसी कल नूं साडी गल ना मन्नी ते तुहानू कल नूं बड़ियां योग ते बड़ियां सख्त सजावां दित्तियां जाणगियां। इत्थे मैं एक पक्ष होर छोटा जिहा साझा कर दिया जिहड़ा विसर गया सी। साहिबजादियां दे उत्ते उन्हां ने हर तशद्दुद करन दी कोशिश की। भुखे रखिया प्यासे रखिया तूत दियां शमकां दे नाल याद रखियो तूत दियां शमकां दे नाल उन्हां दे शरीरां दे उत्ते वार कीते गए डराया गया। उन्हां दे हाथ दरखत दे नाल बन के राहगीरां नूं आउंदियां जांदियां नूं ये गल कही भी इन्हां नूं रोड़े मारने वट्टे मारने ये हर एक राहगीर दे लई कंपलसरी ते लोकां ने ये काम कीता। इहो जे तसीहे दित्ते। अज पापी फिर एक गल कहंदे ने जे कल नूं साडी गल ना मन्नी ते इस तों भी भयानक तसीहे दित्ते जाणगे। साहिबजादे अज फिर मां गुजर कौर दे कोल चले गए। अज दी जेड़ी 26 तरीक की रात है मोती राम महरे ने अज साहिबजादियां नूं दुध छकाया। अपनी पत्नी दे गहने उन्हां सिपाहियां नूं रिश्वत दे के जेड़े सिपाही उत्थे बुर्ज दी रखिया करदे या निगरानी करदे 26 तरीक दी रात नूं मां गुजर कौर ते साहिबजादियां ने थोड़ा थोड़ा दुध छकिया। 27 तरीक दी फिर सवेर हुई। हुण फिर कचहरी दे विच साहिबजादियां नूं लिजाया गया। कचहरी दे विच लिजा के साहिबजादियां नूं अज अखीरले सवाल पूछे कि भी तुहाडी मनशा की है। साहिबजादियां ने अपनी उस अडोलता नूं कायम रखदियां होइयां दादी दे उस दिते सबक नूं बरकरार रखदियां होइयां उन्हां नूं बड़ी टणका के हर एक गल दा जवाब दिता। अपने मन दीयां जेड़ियां गल्लां सन उन्हां दे सामने रखियां। पापियां ने काजी नूं कह के एक फतवा जेड़ा सी वो जारी कराउण दी कोशिश की। काजी ने ये गल कह दी शरा नहीं इस गल नूं कबूल करती बच्चियां नूं सजा दी जावे। वजीर खान दा मन थोड़ा जिहा दूसरे पासे होण लगा। सुच्चा नंद पापी ने बादी ते तेल सुटदे होइयां एक गल कही। इतिहासिक बोलने उन कहियो नवाब ए सरप बिसूरे छोटे बड़े दसत हैं जरूरे। वो कह लगा केड़ा भुलेखा अपने मन दे विच पाल के बह गया है। केड़े भरम दे विच जी रहे हैं। सप दे बच्चे सपोलिए होया करदे ने। छड़ देना ये कोई सियाणप नहीं। वो छोटे होण वो वड्डे होण वो दसदे जरूर ने। उन्होंने डंग जरूर मारने हुंदे ने। इन्हां नूं तू छोटे ना जानी। इन्हां नूं छोटे ना जानिए। शरीरां
ਭਾਵੇਂ ਛੋਟੇ ਚਮਕੌਰ ਦੀ ਗੜੀ ਦੇ ਵਿੱਚ ਜਿਹੜਾ ਪਹਿਲਾ ਜਥਾ ਗਿਆ ਹੈ ਨਾ, ਪਹਿਲਾ ਜਥਾ 5 ਸਿੰਘਾਂ ਦਾ ਭਾਈ ਹਿੰਮਤ ਸਿੰਘ ਦੀ ਅਗਵਾਈ ਦੇ ਵਿੱਚ, ਸੱਚ ਜਾਣਨਾ ਇਤਿਹਾਸਕਾਰ ਇਹ ਗੱਲ ਲਿਖਦੇ ਵੀ ਪੌਣੇ 2 ਘੰਟੇ ਕਰਦੇ ਰਹੇ। ਜਿਹੜਾ ਵੀ ਜਥਾ ਜਾਂਦਾ ਹੈ ਉਹ ਕਈ ਘੰਟੇ ਉਸ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕਰਦਾ ਹੈ। 8 ਪੋਹ ਨੂੰ 22 ਦਸੰਬਰ ਨੂੰ ਸਵੇਰ ਤੋਂ ਚਮਕੌਰ ਦੀ ਗੜੀ ਦਾ ਜੰਗ ਸ਼ੁਰੂ ਹੋ ਜਾਂਦਾ ਹੈ ਤੇ ਤਵੱਜੋ ਦੇਣਾ ਵੀ ਸ਼ਾਮ ਤੱਕ ਉਹ ਜੰਗ ਚੱਲਦਾ ਰਹਿੰਦਾ। ਤੇ ਜਥੇ ਕਿੰਨੇ ਗਏ ਨੇ? ਉਹਨਾਂ 40 ਸਿੰਘਾਂ ਦੇ 5-5 ਜਾਂ 7-7 ਸਿੰਘਾਂ ਦਾ ਜਥਾ ਬਣਾ ਕੇ ਜੰਗ ਦੇ ਮੈਦਾਨ ਦੇ ਵਿੱਚ ਤੋਰਿਆ ਗਿਆ। ਇਹ ਕੋਈ ਮਾਮੂਲੀ ਬਾਤ ਨਹੀਂ ਵੀ 40 ਸਿੰਘਾਂ ਨੇ ਸਾਰੀ ਦਿਹਾੜੀ ਉਸ ਜੰਗ ਦੇ ਮੈਦਾਨ ਨੂੰ ਜਿਹੜਾ ਸੀ ਉਹ ਭਖਦੇ ਰੱਖਿਆ। ਸੁੱਚਾ ਨਾਲ ਇਹ ਗੱਲ ਕਹਿੰਦਾ ਵਜ਼ੀਰ ਖਾਨ ਤੂੰ ਚਮਕੌਰ ਦੀ ਗੜੀ ਦੇ ਵਿੱਚ ਇਹਨਾਂ ਦੇ ਵੱਡਿਆਂ ਦਾ ਜ਼ਹਿਰ ਵੇਖ ਚੁੱਕਿਆ ਹੈ, ਕਿਵੇਂ ਉਹਨਾਂ ਨੇ ਰੱਖ ਦਿੱਤੇ, ਇਹ ਕਿਤੇ ਭੁੱਲ ਕੇ ਵੀ ਗਲਤੀ ਨਾ ਕਰੀ। ਵਜ਼ੀਰ ਖਾਨ ਨੇ ਫਿਰ ਕਾਜੀ ਦੇ ਵੱਲ ਇਸ਼ਾਰਾ ਕੀਤਾ। ਕਾਜੀ ਨੇ ਹੁਣ ਜਿਹੜਾ ਫਤਵਾ ਜਾਰੀ ਕੀਤਾ ਨਾ, ਸੱਚ ਜਾਣੋ, ਉਹ ਫਤਵਾ ਇਹ ਹੈ ਵੀ ਸੱਪ ਦੇ ਬੱਚਿਆਂ ਦੇ 27 ਦਸੰਬਰ 13 ਪੋਹ ਨੂੰ ਸਵੇਰੇ 9 ਵਜੇ ਕਚਹਿਰੀ ਦੇ ਅੰਦਰ ਹੀ ਉਹਨਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ। ਕਿ ਦਾਸਤਾਨ ਜਿਹੜੀ ਹੈ ਤੁਸੀਂ ਸਾਰੇ ਜਾਣਦੇ ਹੋ। ਇੱਕ ਛੋਟਾ ਜਿਹਾ ਨੁਕਤਾ ਮੈਂ ਸਾਂਝਾ ਕਰਕੇ ਖਿਮਾ ਦਾ ਜੱਜ ਹੋਵਾਂ। ਕੋਈ ਸ਼ੱਕ ਨਹੀਂ, ਬੜੀ ਬਰੀਕੀ ਦੇ ਨਾਲ ਸਮਝੋ ਸਾਸਨ ਇਸ ਨੁਕਤੇ, ਕੋਈ ਸ਼ੱਕ ਨਹੀਂ। ਛੋਟੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਸਨ, ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ। ਮਾਂ ਨੇ ਉਹਨਾਂ ਨੂੰ ਗੁਰਤੀ ਜਿਹੜੀ ਸੀ ਉਹ ਬਾਣੀ ਦੀ ਦਿੱਤੀ ਸੀ, ਬਾਣੀ ਦੀ ਗੁਰਤੀ ਸੀ। ਜਦੋਂ ਜਨਮ ਆ ਕੇ ਗੱਲ ਕਹਿੰਦੇ ਨੇ, ਮਾਂ ਹਰ ਮਾਂ ਆਪਣੇ ਬੱਚਿਆਂ ਨੂੰ ਚੰਗੀਆਂ ਸਿੱਖਿਆਵਾਂ ਦਿੰਦੀ ਹੈ। ਹਰ ਮਾਂ ਆਪਣੇ ਬੱਚਿਆਂ ਨੂੰ ਚੰਗੀਆਂ ਆਦਤਾਂ ਪਾਉਂਦੀ ਹੈ, ਜਿਹਨੂੰ ਆਪਾਂ ਅੱਜ ਗੁੱਡ ਮੈਨਰਸ ਕਹਿ ਦਿੰਦੇ ਹਾਂ। ਮਾਂ ਤੋਂ ਆਪਣੇ ਬੱਚਿਆਂ ਨੂੰ ਚੰਗੀਆਂ ਆਦਤਾਂ ਨਹੀਂ ਪਾਈਆਂ, ਤੂੰ ਨਹੀਂ ਸਿਖਾਇਆ, ਆਪਣੇ ਕਰਨ ਦੀ ਬਜਾਏ ਉੱਥੇ ਫਤਿਹ ਦੇ ਜੈਕਾਰੇ ਬੁਲਾਏ। ਇਹਨਾਂ ਨੂੰ ਕੱਲ ਨੂੰ ਕਚਹਿਰੀ ਲੱਗਣੀ ਹੈ, ਕੱਲ ਨੂੰ ਕਚਹਿਰੀ ਲੱਗਣੀ ਹੈ, ਇਹਨਾਂ ਨੂੰ ਸਿਖਾ ਕੇ ਭੇਜੀ, ਸਿਖਾ ਕੇ ਭੇਜੀ ਵੀ ਨਮਸਕਾਰ ਕਿਵੇਂ ਕਰਨੀ ਹੈ। ਮਾਂ ਕਹਿਣ ਲੱਗੀ ਪੁੱਤ ਮੈਂ ਇਹਨਾਂ ਨੂੰ ਜ਼ਰੂਰ ਸਿਖਾ ਦਿਆਂਗੀ। ਮਾਂ ਸਾਰੀ ਰਾਤ ਉਹਨਾਂ ਨੂੰ ਇਹ ਸਿੱਖਿਆ ਦਿੰਦੀ ਰਹੀ, ਇਤਿਹਾਸ ਦੀਆਂ ਉਹ ਸਾਖੀਆਂ ਸਮਝਾਉਂਦੀ ਰਹੀ। ਮੇਰਿਓ ਬੱਚਿਓ, ਕਦੇ ਤੁਹਾਡੇ ਪੁਰਖਿਆਂ ਨੂੰ ਪਹਿਲੀ ਪਾਤਸ਼ਾਹੀ ਗੁਰੂ ਗੋਬਿੰਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਉਹ ਬਾਬਰ ਦੇ ਅੱਗੇ ਨਮਸਕਾਰ ਕਰਨ ਦੇ ਲਈ ਕਿਹਾ ਗਿਆ ਸੀ, ਤੇ ਤੁਹਾਡੇ ਉਸ ਵਡੇਰੇ ਦਾ ਬਾਬਰ ਦੇ ਸਿਪਾਹੀਆਂ ਨੂੰ ਇਹ जवाब सी सलाम साचे साहिब को किया है। कहते छोटी जी उम्र सी 7 साल दी, ਤੁਹਾਡੇ ਪਿਤਾ ਨੂੰ ਪਟਨੇ ਦੀ ਸੰਗਤ ਨੇ ਕਿਹਾ ਵੀ ਜਿਹੜੇ ਹਾਕਮ ਨੇ ਉਹਨਾਂ ਨੂੰ ਨਮਸਕਾਰ ਕਰਨੀ ਹੈ। ਤੁਹਾਡੇ ਦਾਦੇ ਨੇ ਪੂਰਬ ਦੇ ਇਲਾਕੇ ਦੇ ਵਿੱਚ ਬੈਠੇ ਨੇ ਇੱਕ ਸੰਦੇਸ਼ ਭੇਜਿਆ ਸੀ, ਸਲਾਮ ਸਾਚੇ ਸਾਹਿਬ को करना है। मैं भी ਤੁਹਾਨੂੰ ਇਹ ਸਿੱਖਿਆ ਦੇਣੀ ਚਾਹੁੰਦੀ। ਤੁਸੀਂ ਰੋਜ਼ ਇਹ ਗੱਲ ਪੜ੍ਹਦੇ ਹੋ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਤੁਸੀਂ ਰੋਜ਼ ਇਹ ਗੱਲ ਪੜ੍ਹਦੇ ਹੋ, ਮੈਂ ਰੋਜ਼ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਦ, ਜੁਗ ਜੁਗ ਏਕੋ ਵੇਸ। ਪੁੱਤ ਵੇਖਿਓ, ਝੁਕਿਓ ਜਰੂਰ, ਨਮਸਕਾਰਾਂ ਜਰੂਰ ਕਰਿਓ, ਸਿਰ ਜਰੂਰ ਝੁਕਾਇਓ, ਪਰ ਇਹ ਸਿਰ ਉਸ ਸੱਚੇ ਮਾਲਕ ਦੇ ਅੱਗੇ ਝੁਕਾਇਓ, ਕਿਸੇ ਭੇਖੀ ਦੇ ਅੱਗੇ ਤੁਹਾਡਾ ਸਿਰ ਨਾ ਝੁਕੇ, ਕਿਸੇ ਜ਼ਾਲਮ ਦੇ ਅੱਗੇ ਜ਼ੁਲਮ ਤੋਂ ਡਰਦਿਆਂ ਤੁਹਾਡਾ ਸਿਰ ਜਿਹੜਾ ਉਹ ਨਾ ਝੁਕੇ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਸਾਂ, ਮਾਂ ਨੇ ਕੋਈ ਸ਼ੱਕ ਨਹੀਂ ਬੱਚਿਆਂ ਨੂੰ ਬੜੀ ਬਰੀਕੀ ਦੀ ਸਿੱਖਿਆ ਦਿੱਤੀ।
पर जेड़ी गल समझण वाली है ना, वो पुत्र गुरु गोबिंद सिंह दे सन। उन्हां नूं सिੱਖਿਆ मां गुजर कौर वर्गी दादी ने दित्ती, पर साहिबजादियां दे कोलों इनू खिमा करना मैं भुल नहीं कह सकता, मैं गलती भी नहीं कह सकता। आपां इस पन्ने नूं इस ढंग दा नाम दे दिए कि हालातां ने साहिबजादियां नूं इस मुकाम ते लिया खड़ा कर दिता। उन्हां नूं उंगली जेड़ी सी गंगू दी पकड़नी पई। नुकते नूं समझिया, पुत्तर गुरु दे ने, दादी दी सिੱਖਿਆ बड़ी कमाल दी है, पर उंगली उन्हां ने गंगू दी फड़ ली। गंगू ने उन्हां नूं गुरु दे नाल मिलाउण दी बजाए वादा तवज्जो देना भी जदों कुमे माशकी दे घरों वो लैके चलिया, ये वादा करके चले, मां मैं तेनू गुरु दे नाल मिलावांगा, इन्हां बच्चियां नूं गुरु दे नाल, इन्हां दे पिता दे नाल मैं मिलावांगा। पर गंगू ने, पापी ने उन्हां नूं सरहद दीयां नीहां दे नाल मिला दित्ता। हुण जेड़ा मैं नुकता तुहाडे नाल साझा करना चाहुंदा, ओ सिखा पुੱਤ ते तू भी गुरु गोबिंद दा ही है, पुੱਤਰ ਤਾਂ तू भी गुरु गोबिंद सिंह जी दा ही है। सिੱਖਿਆ तेनू भी अज दादी मां ओही दे रही है। इतिहास दे पंनियां दे विच बैठ के याद रखी किते तू उंगली जेड़ी है वो गंगू दी ना फड़ ली। अज बड़े गंगू तुरे फिरदे ने, अज बड़े गंगू जेड़े ने वो किते डेरेदार दे रूप दे विच तुरे फिरदे ने। अज बड़े गंगू जेड़े ने वो किते जोशियां ते पांदियां दे रूप दे विच तुरे फिरदे ने। अज बड़े गंगू जेड़े ने वो लीडरां ते आगुआं दे रूप दे विच तुरे फिरदे ने। किते तू अज गंगू दी उंगली ना फड़ नहीं, गंगू दी उंगली ने सट जानी। तेनू दावा तां ये करना है, तेनू वादा ते ये करना है, मैं तेनू गुरु दे नाल मिला दवांगा, पर गंगू दी उंगली फड़ी तेनू सरहद दीयां नीहां दे विच जाके खड़ा कर देवांगा। उंगली गंगू दी ना फड़ी। अज बड़े गंगू, जे गंगू मरिया नहीं, मता किते भुलेखा होवे, जे साहिबजादियां दे वारस जिंदे के ना ते आत्मा गंगू दी भी अज भटकदी फिरदी जे। वो गल वखरी भी किते गंगू वो डेरेदार दे रूप दे विच बैठा है, जेड़ा ये गल करदा है भी मेरे नाल जुड़ो, मेरे कोल आओ, मेरेयां पैरां च मत्थे टेको, गुरु ग्रंथ साहिब जी दे कोल जाण दी कोई लोड़ नहीं। अज किते गंगू आगू दे रूप च बैठा है, किते गंगू किसे जथेदार दे रूप दे विच बैठा है, किते गंगू किसे भेख दे विच बैठा है, किते गंगू किसे भेख दे विच बैठा है। सिखा बस इन्नी को फर्क कर ली, तू उंगली जेड़ी है गुरु ग्रंथ साहिब जी दी फड़ी, उंगली जेड़ी है वो गुरु दी फड़ी, उंगल जेड़ी है पल्ला जेड़ा है वो तू सतगुरु दा फड़ी। किते गंगूआं दा पल्ला ना फड़दी, तेनू खुआर कर देंगे। सतगुरु दी कृपा करन। कल रोज तो इतिहास की दास्तान आदियां दे नाल सांझी करदियां, इतिहासक विचारां करदियां साध संगत दी बेअंत प्रकार दी भुलां चुका हो गईयां होतियां। गुरु अते गुरु की संगत बख्शण योग है। इन्नी को बेनती करदियां मैं दोपहरे भी बेनती की सी भी अज जरूरत है असी अपनियां बच्चियां दे किरदार जेड़े ने वो साहिबजादियां अज जरूरत लोड़ है, क्योंकि गुरु गोबिंद सिंह जी ने ये सब कुछ किया ते इहदे पीछे भाव ये ने, सिक्खी को उभारो तुम्हें अल्लाह को सौंपा। सिक्खी दे विच वादा होवे, इस करके मेरे वो बच्चे बना तुम बाबा फतेह सिंह वर्गे बनगे जदों इन्हां दे सिरां दे उत्ते साहिबजादियां दी शहीदियां साडे